ਤੁਸੀਂ ਆਪਣੇ ਘਰ ਦੇ ਵਿੱਚ ਜੇ ਤਸਵੀਰ ਲਾਣੀ ਹੈ, ਜੇ ਬੁੱਤ ਲਾਣਾ ਆ ਤੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਇਹ ਤਿੰਨ ਇਕੱਠੇ ਲਾਏ ਜਾਣ ਕਿਉਂਕਿ ਇਹ ਭਗਤ ਸਿੰਘ ਦੀ ਸੋਚ ਹੈ। ਜੇਕਰ ਅਸੀਂ ਸ਼ਹੀਦ ਭਗਤ ਸਿੰਘ ਦੀ ਲੈਂਗੁਏਜ ਦੇ ਵਿੱਚ ਉਹਨਾਂ ਦੇ ਸਿਖਾਏ ਹੋਏ ਚੀਜ਼ਾਂ ਦੇ ਅਨੁਸਾਰ ਦੇਖੀਏ ਕੀ ਹੈ ਇਨਕਲਾਬ। देखिए भगत सिंह उन्होंने कहा सी कि इनकलाब का मतलब है कि मूल चीज़ों विच बदलाव होवे जिहदे नाल आम आदमी नूं मतलब आज़ादी दा सुख पहुंच सके। लेकिन किते ना किते नहीं भुलते जा रहे कि शहीद भगत सिंह ने एक होर नारा दिता सीगा साम्राजवाद मुर्दाबाद। नवे मुख मंत्री साहब जिहड़े ने उन्हां ने कहा मैं सौ जाके खटखड़ कलां दे विच चुकूंगा ते उत्थे लखां दी कगार दे विच लोकां नूं सद्दा दिता। खटखड़ कलां नूं जिहड़ी इतिहासक जगह मिली है ਉਹਦੇ ਚ ਇਹ ਨਾ ਭੁੱਲੀਏ ਕਿ ਉਹਨੇ ਚਾਰ ਪੁਸ਼ਤਾਂ ਨੂੰ ਪ੍ਰਮੋਟ ਕੀਤਾ ਲੋਕਾਂ ਦੇ ਨਾਲ ਖੜੇ ਹੋ ਕੇ ਉਹਨਾਂ ਦੇ ਹੱਕਾਂ ਦੀ ਰਾਖੀ 'ਚ ਖੜੇ ਹੋਣ ਦਾ। ਉਹਨਾਂ ਦੇ ਜੱਦੀ ਘਰ ਦੇ ਵਿੱਚ ਜਾ ਕੇ ਬੈਠਿਆ ਜਾਵੇ, ਉਹਨਾਂ ਦੇ ਬਾਰੇ ਪੜ੍ਹਿਆ ਜਾਵੇ, ਉਹਨਾਂ ਨੂੰ ਯਾਦ ਕੀਤਾ ਜਾਵੇ, ਉਹ ਜ਼ਿਆਦਾ ਚੰਗੀ ਚੀਜ਼ ਹੈ ਕਿ ਉਸ ਦਿਨ ਛੁੱਟੀ ਅਨਾਉਂਸ ਕਰਨਾ ਚੰਗੀ ਚੀਜ਼ ਹੈ। ਛੁੱਟੀ ਦਾ ਮਤਲਬ ਹੈ ਕਿ ਤੁਸੀਂ ਆਪਣੇ ਰੈਗੂਲਰ ਕੰਮ ਤੋਂ ਮਤਲਬ ਇਸ ਕੰਮ ਵੱਲ ਲਾਓਗੇ। ਜੇ ਛੁੱਟੀ ਦਾ ਮਤਲਬ ਛੁੱਟੀ ਮਨਾਉਣਾ ਹੀ ਹੈ, ਚਲੋ ਪਿਕਨਿਕ ਕਰਦੇ ਆ ਤੇ ਫਿਰ ਉਹ ਟ੍ਰਿਬਿਊਟ ਨਹੀਂ ਹੈ। ਅੱਜ ਅਸੀਂ ਭਗਤ ਸਿੰਘ ਨੂੰ ਕੱਲਾ ਚਲਾ ਰਹੇ ਹਾਂ ਤੇ ਅਸੀਂ ਕਿਤੇ ਨਾ ਕਿਤੇ ਡਿਸਰਿਸਪੈਕਟ ਵੀ ਉਹਨਾਂ ਦੀ ਕਰ ਰਹੇ ਹਾਂ ਤਾਂ ਕਿ ਖਟਖੜ ਕਲਾਂ ਵਿੱਚ ਸਰਕਾਰ ਨੂੰ ਕਹਿਣਾ ਉਹ ਤੋਂ ਕਰਵਾਉਣ ਨਾਲੋਂ ਚੰਗਾ ਕਿ ਆਪਾਂ ਕਰਕੇ ਦਿਖਾ ਦਈਏ। ਔਰ ਭਗਤ ਸਿੰਘ ਨੇ ਤੇ ਵੀ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਵਾਲ ਰੱਖੇ ਹੋਏ ਕਿ ਨਹੀਂ ਰੱਖੇ ਹੋਏ, ਗੱਲ ਅਮਲਾਂ ਦੀ ਹੋਣੀ ਹੈ। अपना पॉलिटिकल एक रूप बनाने वास्ते एक यूज किया जा रहा है शहीद भगत सिंह दे विजन नू। इसे ही विधान सभा ने कदी लोकां दी चिंता नहीं की। हुण कहंदे साडीआं रोटियां किद्दां ਚੱਲਣਗੀਆਂ, ਤੁਸੀਂ ਪਹਿਲਾਂ ਵੀ ਸਿੱਖਿਆ ਹੁਣ ਵੀ ਸਿੱਖਿਆ। ग्लोबल पंजाब टीवी देख रहे हो, मैं हाँ अनुजा शर्मा। पंजाब दे विच बहुत सारियां चीज़ां होईयां जिस दिन तो चोण नतीजे आए बहुत बदलाव दी गल होई, बदलाव होएगा। बदलाव दे विच लोकां नूं कहा गया बसंती रंग दीयां पग्गां पाईयां जाण, चुन्नियां लईयां जाण ते इस वार पंजाब दा बदलाव होएगा कि पंजाब चलेगा ਉਹ सिखाई होई चीज़ां उत्ते जिहदे उत्ते शहीद भगत सिंह जी गल करदे सीगे कि किस राह ते चलना आ, किस राह ते चल के पंजाब नूं सोहना पंजाब बनाना आ। अज साडे नाल इन्हां सारियां चीज़ां बारे गल करन लई शहीद आज़म भगत सिंह दे भांजे प्रोफैसर जगमोहन सिंह जी मौजूद ने, उन्हां नाल गलबात करांगे। पहले करदे उन्हां दा स्वागत, बहुत बहुत स्वागत प्रोफैसर साहब। बहुत बहुत शुक्रिया तुहाडा और तुहाडे ग्लोबल टीवी दे ਸਰੋਤਿਆਂ ਨੂੰ मेरी आदाब, नमस्कार, सत श्री अकाल। प्रोफैसर साहब जिस वक्त असीं गल करदे आ इनकलाब दी, इनकलाब असीं अक्सर बोल दिंदे आ, राह चलदे इंसान भी बोल दिंदे ने कि इनकलाब जिंदाबाद। लेकिन इस इनकलाब दा मतलब की है जेकर असीं शहीद भगत सिंह दी लैंगुएज दे विच उन्हां दे सिखाए होए चीज़ां दे अनुसार देखिए की है इनकलाब। देखिए भगत सिंह उन्होंने कहा सी कि इनकलाब दा मतलब है कि मूल चीज़ां विच बदलाव होवे ਜਿਹਦੇ ਨਾਲ ਆਮ ਆਦਮੀ ਨੂੰ ਮਤਲਬ ਆਜ਼ਾਦੀ ਦਾ ਸੁੱਖ ਪਹੁੰਚ ਸਕੇ। ਸੰਪੂਰਨ ਆਜ਼ਾਦੀ ਦਾ ਮਤਾ 26 ਜਨਵਰੀ 1930 ਨੂੰ ਰਾਵੀ ਦੇ ਕੰਢੇ ਤੇ ਪਾਸ ਹੋਇਆ, ਕਸਮ ਖਾਧੀ ਗਈ ਔਰ ਉਹਨਾਂ ਨੇ ਕਿਹਾ ਕਿ ਇਹ ਤਾਂ ਹੀ ਸਾਰਥਕ ਹੋਏਗਾ ਜੇ ਆਮ ਆਦਮੀ ਤੱਕ ਇਹਦਾ ਫਲ ਮਿਲਦਾ ਹੈਗਾ। ਦੂਸਰਾ ਜਿਹੜਾ ਸੀ ਕਿ ਪੂਰਾ ਨਾਰਾ ਉਹਨਾਂ ਨੇ ਕਿਹਾ ਸੀ ਜਿਹਦੇ ਤੇ ਉਹ ਕਹਿੰਦੇ ਵੀ ਮੇਰਾ ਅਗਰ ਇਹ ਨਾਰਾ ਲੋਕ ਸਮਝ ਜਾਣਗੇ ਤਾਂ ਮੈਨੂੰ ਮੇਰੀ ਜ਼ਿੰਦਗੀ ਦਾ ਮੁੱਲ ਮਿਲ ਜਾਏਗਾ। ਉਹ ਪੂਰਾ ਨਾਰਾ ਹੈ ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ ਜੀ। ਔਰ ਸਾਮਰਾਜਵਾਦ ਨੂੰ ਉਹਨਾਂ ਨੇ ਬੜੀ ਸਿੱਧੀ ਪਰਿਭਾਸ਼ਾ ਦਿੱਤੀ ਕਿ ਜਿਹੜੀਆਂ ਇਹੋ ਜਿਹੀਆਂ ਤਾਕਤਾਂ ਨੇ ਜਿਹੜੀਆਂ ਦੇਸ਼ ਦੇ ਰਿਸੋਰਸਿਸ ਲੁੱਟਣਾ ਚਾਹੁੰਦੀਆਂ ਨੇ ਉਹ ਦੇਸ਼ ਵਿੱਚ ਵੰਡੀਆਂ ਪਾਉਂਦੀਆਂ ਨੇ, ਆਦਮੀ ਦੇ ਹੱਥੋਂ ਆਦਮੀ ਦੀ ਲੁੱਟ ਨੂੰ ਮਤਲਬ ਵਧਾਉਂਦੀਆਂ ਨੇ ਔਰ ਇੱਕ ਦੇਸ਼ ਦੂਜੇ ਦੇਸ਼ ਦੇ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਲੁੱਟਦਾ ਹੈ। ਤਾਂ ਬੜਾ ਸਿੰਪਲ ਔਰ ਉਹਦੇ ਕਰਕੇ ਅੱਜ ਵੀ ਉਹ ਕਿਸੇ ਨਾ ਕਿਸੇ ਫਾਰਮ ਵਿੱਚ ਅਸੀਂ ਫੇਸ ਕਰਦੇ ਹਾਂ।
ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਜਿਸ ਵਕਤ ਅਸੀਂ ਇਸ ਨਾਰੇ ਦੀ ਗੱਲ ਕਰਦੇ ਹਾਂ, ਪੂਰਾ ਨਾਰਾ ਇਹੀ ਹੈ, ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਅੱਜ ਦੀਆਂ ਚੋਣਾਂ ਦੇ ਵਿੱਚ ਜਾਂ ਅੱਜ ਦੇ ਜਿਹੜੇ ਹਾਲਾਤ ਚੱਲ ਰਹੇ ਨੇ, ਇਹਦੇ ਵਿੱਚ ਲੋਕਾਂ ਨੇ ਇੱਕ ਨਾਰਾ ਤਾਂ ਦੇ ਦਿੱਤਾ ਇਨਕਲਾਬ ਜ਼ਿੰਦਾਬਾਦ ਦਾ, ਲੇਕਿਨ ਕਿਤੇ ਨਾ ਕਿਤੇ ਇਹ ਨਹੀਂ ਭੁੱਲਦੇ ਜਾ ਰਹੇ ਕਿ ਸ਼ਹੀਦ ਭਗਤ ਸਿੰਘ ਨੇ ਇੱਕ ਹੋਰ ਨਾਰਾ ਦਿੱਤਾ ਸੀਗਾ, ਸਾਮਰਾਜਵਾਦ ਮੁਰਦਾਬਾਦ। ਤੁਹਾਨੂੰ ਲੱਗਦਾ ਹੈ ਕਿ ਪੂਰੀ ਚੀਜ਼ ਨੂੰ ਲੋਕ ਫੋਲੋ ਕਰ ਰਹੇ ਨੇ? ਇਹ ਦੇਖिए ਮੈਂ ਸਮਝਦਾ ਕਿ ਆਪਾਂ ਜੇ ਥੋੜਾ ਜਿਹਾ ਜ਼ਮੀਨ ਨਾਲ ਕੰਨ ਲਾ ਕੇ ਸੁਣੀਏ, ਹੂੰ। ਜਿਹੜੇ ਇਹ ਇਲੈਕਸ਼ਨ ਹੋਏ ਨੇ ਇਹਦੇ ਵਿੱਚ ਆਪ ਪਾਰਟੀ ਦੀ ਉਨੀ ਭੂਮਿਕਾ ਨਹੀਂ ਹੈ ਜਿੰਨੀ ਸਾਡੀਆਂ ਮਹਿਲਾਵਾਂ ਦੀ ਤੇ ਮਤਲਬ ਪੇਂਡੂ ਖੇਤਰ ਦੀ ਹੈਗੀ। ਮੈਂ ਕਿਉਂਕਿ ਬਹੁਤ ਸੁਣਿਆ, ਮੈਂ ਤਾਂ ਹੀ ਕਹਿੰਦਾ ਕਿ ਜ਼ਮੀਨ ਨਾਲ ਕੰਨ ਲਾ ਕੇ, ਅਸੀਂ ਉੱਪਰੋਂ ਉੱਪਰੋਂ ਸੁਣਦੇ ਜੀ। ਮਤਲਬ ਇਹ ਜੇ ਤੁਸੀਂ ਸੁਣੋ ਤੇ ਉਹਦੇ ਚ ਹੈ ਕਿ ਮਹਿਲਾਵਾਂ ਨੇ ਡੇਰਾਵਾਦ ਤੋਂ ਆਪਣੇ ਆਪ ਨੂੰ ਮੁਕਤ ਕੀਤਾ। ਕਿੰਨੇ ਤੰਤਰ ਚਲਾਏ ਗਏ ਕਿ ਡੇਰਾ ਦੇ, ਕਿਉਂਕਿ ਮਤਲਬ ਔਰਤਾਂ ਦੀ ਅਨਸਰਟਨਟੀ ਕਰਕੇ ਉਹਨਾਂ ਨੂੰ ਕਿਸੇ ਨਾ ਕਿਸੇ ਇਦਾਂ ਦੇ ਭਰਮ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਇਹ ਪਹਿਲੀ ਵਾਰੀ ਪੰਜਾਬ ਵਿੱਚ ਹੋਇਆ ਕਿ ਸਮਾਜੀ ਇਨਕਲਾਬ ਆ ਰਿਹਾ, ਕਿ ਉਹਨਾਂ ਨੇ ਆਪਣੇ ਤੌਰ ਤੇ ਫੈਸਲਾ ਲਏ। ਜੀ। ਮੈਂ ਜਦੋਂ ਵੋਟ ਵਾਲੀ ਲਾਈਨ 'ਚ ਖੜਾ ਸੀ ਤੇ ਮੈਨੂੰ ਉਦੋਂ ਭਾਸਿਆ ਕਿ ਦੋ ਔਰਤਾਂ ਤੋਂ ਬਾਅਦ ਇੱਕ ਬੰਦੇ ਦੀ ਵਾਰੀ ਆ ਰਹੀ ਸੀ। ਇਹਦਾ ਹੂੰ। ਮਤਲਬ ਡਬਲ ਔਰਤਾਂ ਜਿਹੜੀਆਂ ਨੇ, ਜਦੋਂ ਮੈਂ ਬਾਹਰ ਆਣ ਕੇ ਜਿਹੜੇ ਪੋਲਿੰਗ ਤੇ ਮਤਲਬ ਸੀ, ਮੈਂ ਕਿਹਾ ਕੀ ਹੋਇਆ ਬੰਦਿਆਂ ਨੂੰ, ਕਹਿੰਦੇ ਜੀ ਉਹ ਕੰਮਾਂ ਤੇ ਗਏ ਹੋਏ ਨੇ। ਤੇ ਮੈਂ ਕਿਹਾ ਇਹਦਾ ਮਤਲਬ ਹੈ ਕਿ ਸਾਡੀਆਂ ਮਹਿਲਾਵਾਂ ਨੇ ਆਪਣਾ ਫੈਸਲਾ ਆਪ ਕਰਨਾ ਸਿੱਖ ਲਿਆ, ਪੈਟਰੀਆਰਕੀ ਤੋਂ ਉੱਪਰ ਉੱਠ ਕੇ। ਔਰ ਉਹਨਾਂ, ਕਿਉਂਕਿ ਸਾਰਾ ਜਿਹੜਾ ਸੰਕਟ ਹੈ ਅੱਜ ਉਹ ਔਰਤ ਦੇ ਸਿਰ ਤੇ ਖੜਾ ਹੈ, ਚਾਹੇ ਡਰੱਗਸ ਵਾਲਾ ਮਤਲਬ ਹੈ ਜਾਂ ਮਤਲਬ ਗਰੀਬ ਮਹਿੰਗਾਈ ਦਾ ਹੈ। ਔਰ ਉਹ ਸਫਰ ਕਰਦੀ ਹੈ ਕਿਉਂਕਿ ਉਹਦੀ ਇੱਕ ਜਜ਼ਬਾਤੀ ਸਮਝ ਹੈ। ਜਿੱਦਾਂ ਮੈਂ ਬਿਲਕੁਲ। ਕਹਿੰਦਾ ਕਿ ਡਰੱਗਸ ਕਿਉਂ ਹੈ ਕਿ ਜੇ ਉਹਦਾ ਪੁੱਤ ਮਤਲਬ ਸਫਰ ਕਰਦਾ ਤਾਂ ਉਹ ਸਫਰ ਕਰਦੀ ਹੈ, ਜੇ ਪਤੀ ਕਰਦਾ ਤਾਂ ਕਰਦੀ ਹੈ, ਜੇ ਪਿਓ ਕਰਦਾ ਤਾਂ ਵੀ ਉਹਨੂੰ ਦੁੱਖ ਹੁੰਦਾ, ਭਰਾ ਆ ਤਾਂ ਵੀ ਦੁੱਖ ਹੁੰਦਾ। ਤਾਂ ਇਹ ਇਸ ਕਰਕੇ ਇੱਕ ਤੇ ਇਹ ਬਹੁਤ ਵੱਡੀ ਤਬਦੀਲੀ। ਦੂਸਰੀ ਤਬਦੀਲੀ ਜਿਹੜੀ ਹੋਈ ਕਿ ਲੋਕਾਂ ਨੇ ਸਵਾਲ ਕਰਨੇ ਸਿੱਖ ਲਏ। ਜੀ। ਜਿਹੜੇ 100 ਸਾਲ ਦਾ ਕਿਸਾਨ ਮੋਰਚੇ ਨੇ ਲੋਕਾਂ ਨੂੰ ਬਹੁਤ ਕੁਝ ਪੜ੍ਹਾਤਾ। ਮਤਲਬ ਜਦੋਂ ਹੁਣ ਅੱਗੇ ਕਦੀ ਕੋਈ ਜਵਾਬ ਹੀ ਨਹੀਂ ਸੀ ਦਿੰਦਾ, ਜਦੋਂ ਉਹਨਾਂ ਨੇ ਹਰ ਜਿਹੜਾ ਵੀ ਉੱਥੋਂ ਖੜਾ ਕੈਂਡੀਡੇਟ ਸੀ ਉਹਨੂੰ ਮਤਲਬ ਪਿੰਡ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਕਿ ਸਾਡੇ ਸਵਾਲਾਂ ਦੇ ਜਵਾਬ ਦਿਓ। ਜੀ। ਉਹਨਾਂ ਨੇ ਦੇਖਿਆ ਕਿ ਜਿਹੜੀਆਂ ਸਥਾਪਤੀ ਪਾਰਟੀਆਂ ਵਾਲੇ ਨੇ ਉਹਨਾਂ ਕੋਲ ਜਵਾਬ ਨਹੀਂ ਹੈ। ਆਪ ਵਾਲੇ ਨਵੇਂ ਸੀਗੇ, ਉਹਨਾਂ ਨੇ ਹੱਥ ਜੋੜ ਕੇ ਕਹਿਤਾ ਜੀ ਜੋ ਤੁਸੀਂ ਹੁਕਮ ਕਰੋਗੇ ਅਸੀਂ ਕਰਾਂਗੇ, ਪਰ ਸਾਨੂੰ ਮੌਕਾ ਦਿਓ। ਲੋਕਾਂ ਨੇ ਉਹ ਮੌਕਾ ਦਿੱਤਾ। ਤੇ ਮੈਂ ਜਿਹੜਾ ਬਸੰਤੀ ਰੰਗ ਦੇ ਨਾਲ ਇਹਨੂੰ ਜੋੜ ਕੇ ਜੇ ਦੇਖਿਆ ਜਾਵੇ, ਬਸੰਤ ਰਾਗ ਜਿਹੜਾ ਹੈ ਉਹ ਸੁਪਰ ਰਾਗ ਗਿਣਿਆ ਜਾਂਦਾ ਹੈ, ਬਿਲਕੁਲ। ਕਿਉਂਕਿ ਉਹ ਨਵੀਂ ਜਿਹੜੀ ਮਤਲਬ ਫੁਹਾਰ ਹੈ, ਨਵੇਂ ਪੱਤਿਆਂ ਦਾ, ਨਵੇਂ ਫੁੱਲਾਂ ਦਾ ਨਿਕਲਣ ਨੂੰ ਆਉਂਦਾ। ਤਾਂ ਬਸੰਤ ਇਸ ਕਰਕੇ ਇਨਥਿਊਜ਼ ਕਰਦੀ ਹੈ। ਜੀ। ਤਾਂ ਜੇ ਤੇ ਬਸੰਤ ਉਹ ਹੈ, ਪਰ ਇਹ ਹੈ ਕਿ ਬਸੰਤ ਦੇ ਫੁੱਲਾਂ ਨੂੰ ਫਲ ਲੱਗੇਗਾ ਕਿ ਨਹੀਂ ਲੱਗੇਗਾ, ਉਹਦੇ ਲਈ ਸਾਨੂੰ ਇਸ ਚੀਜ਼ ਨੂੰ ਮਤਲਬ ਚੰਗੀ ਤਰ੍ਹਾਂ ਪਾਣੀ ਦੇਣਾ ਪੈਣਾ, ਉਹਨੂੰ ਧੁੱਪਾਂ ਤੋਂ ਸੰਭਾਲਣਾ ਪੈਣਾ, ਤਾਂ ਜਾ ਕੇ ਫਲ ਲੱਗੇਗਾ। ਲੇਕਿਨ ਇਹ ਬਿਲਕੁਲ ਬੜੀ ਚੰਗੀ ਗੱਲ ਹੈ ਕਿ ਪ੍ਰੋਫੈਸਰ ਉਹਨਾਂ ਸਾਹਿਬ, ਨੇ ਇੱਕ ਚੀਜ਼ ਆਪਾਂ ਨਾ ਅਕਸਰ ਦੇਖੀ ਹੈ, ਮਤਲਬ ਅਗਰ ਮੈਂ ਥੋੜੇ ਪਿੱਛੇ ਜੇ ਨੂੰ ਵੀ ਝਾਤ ਮਾਰਾਂ ਜਾਂ ਮੈਂ ਤੁਹਾਡੀ ਗੱਲ ਕਰਾਂ, ਤੁਸੀਂ ਅਕਸਰ ਲੋਕਾਂ ਨੂੰ ਇੱਕ ਚੀਜ਼ ਵਾਸਤੇ ਜਾਗਰੂਕ ਕੀਤਾ ਕਿ ਜਿਹੜਾ ਖਟਕੜ ਕਲਾਂ ਦੇ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਯਾਦਗਾਰ ਦੇ ਵਿੱਚ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਆ, ਉੱਥੇ ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਜਾਂ ਲੋਕਾਂ ਨੂੰ ਉੱਥੇ ਸਿੱਧੇ ਤੌਰ ਤੇ ਆਉਣਾ ਚਾਹੀਦਾ ਹੈ। ਉਹਦੇ ਬਾਰੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ, ਬਹੁਤ ਸਾਰੀ ਕੋਸ਼ਿਸ਼ਾਂ ਤੁਸੀਂ ਸ਼ੁਰੂ ਤੋਂ ਕਰਦੇ ਆਏ ਹੋ। ਅਸੀਂ ਜਿੰਨੀ ਵਾਰ ਵੀ ਮਿਲੇ ਆ ਜਾਂ ਅਸੀਂ ਬਹਿ ਕੇ ਗੱਲਬਾਤ ਕੀਤੀ ਹੈ ਇਸ ਚੀਜ਼ ਬਾਰੇ, ਲੇਕਿਨ ਉਹ ਚੀਜ਼ ਇੱਕੋ ਉੱਥੇ ਆ ਜਾਂਦੀ ਹੈ ਕਿ ਹਜੇ ਤੱਕ ਲੋਕ ਪੂਰੇ ਤਰੀਕੇ ਨਾਲ ਜਿਹੜਾ ਆ, ਪੂਰਨ ਤੌਰ ਤੇ ਉੱਥੇ ਆ ਕੇ ਸ਼ਹੀਦ ਭਗਤ ਸਿੰਘ ਦੀ ਜਿਹੜੀ ਜੀਵਨ ਹੈ ਉਹਦੇ ਨਾਲ ਪ੍ਰੋਪਰਲੀ ਜਿਹੜਾ ਜਾਣੂ ਨਹੀਂ ਹੈਗੇ। ਲੇਕਿਨ ਇਸੇ ਚੀਜ਼ ਦੇ ਚਲਦੇ ਹੋਏ ਐਤਕੀ ਜਿਹੜੀ ਗੱਲ ਹੋਈ, ਉਹ ਜਿਹੜੇ ਭਗਵੰਤ ਮਾਨ ਸਾਹਿਬ ਨੇ, ਨਵੇਂ ਮੁੱਖ ਮੰਤਰੀ ਸਾਹਿਬ ਜਿਹੜੇ ਨੇ, ਉਹਨਾਂ ਨੇ ਕਿਹਾ ਮੈਂ ਸਹੁੰ ਜਾ ਕੇ ਖਟਕੜ ਕਲਾਂ ਦੇ ਵਿੱਚ ਚੁੱਕੂੰਗਾ ਤੇ ਉੱਥੇ ਲੱਖਾਂ ਦੀ ਕਗਾਰ ਦੇ ਵਿੱਚ ਲੋਕਾਂ ਨੂੰ ਸੱਦਾ ਦਿੱਤਾ। ਲੱਗਦਾ ਆ ਕਿ ਇਹਦੇ ਨਾਲ ਜਿਹੜੀ ਤਬਦੀਲੀ ਤੁਸੀਂ ਸੋਚਦੇ ਸੀਗੇ ਜਾਂ ਤੁਸੀਂ ਚਾਹੁੰਦੇ ਸੀਗੇ ਕਿ ਆਵੇ, ਉਹ ਆਏਗੀ? ਦੇਖੋ ਮੈਂ ਇਹ ਸਮਝਦਾ ਕਿ ਖਟਕੜ ਕਲਾਂ ਨੂੰ ਜਿਹੜੀ ਇਤਿਹਾਸਕ ਜਗ੍ਹਾ ਮਿਲੀ ਹੈ, ਉਹਦੇ 'ਚ ਇਹ ਨਾ ਭੁੱਲੀਏ ਕਿ ਉਹਨੇ 4 ਪੁਸ਼ਤਾਂ ਨੂੰ ਪ੍ਰਮੋਟ ਕੀਤਾ, ਲੋਕਾਂ ਦੇ ਨਾਲ ਖੜੇ ਹੋ ਕੇ ਉਹਨਾਂ ਦੇ ਹੱਕਾਂ ਦੀ ਰਾਖੀ 'ਚ ਖੜੇ ਹੋਣ ਦਾ। ਜੀ। ਭਗਤ ਸਿੰਘ ਦੇ ਪੜਦਾਦਾ ਤੋਂ ਸ਼ੁਰੂ ਹੋਈ ਗੱਲ। ਜਿਹੜਾ ਉਹ ਘਰ ਅੱਜ ਪ੍ਰੋਟੈਕਟਡ ਹੈ, ਜਿਹੜਾ ਕੌਮੀ ਮਤਲਬ ਜਾਇਦਾਦ ਹੈ, ਜਿਹਨੂੰ ਜੱਦੀ ਘਰ ਆਪਾਂ ਕਹਿੰਦੇ ਆ, ਉਹ ਉਹਨਾਂ ਨੇ 1858 'ਚ ਬਣਾਇਆ ਸੀ। ਜੀ।
ਔਰ ਉਹਦੇ ਤੋਂ ਪਹਿਲਾਂ ਦੋ ਉਹਨਾਂ ਨੇ, ਕਿਉਂਕਿ ਮੈਂ ਵੀ ਇਹ ਲੱਭਦਾ ਰਿਹਾ ਕਿ ਵੀ ਉਹ ਕਿਹੜਾ ਅਸੂਲ ਹੈ, ਕਿਉਂਕਿ ਇਹ ਨਾ ਤੇ ਇਹਦੇ ਵਿੱਚ ਕੋਈ ਜਾਇਦਾਦ ਦਾ ਲਾਲਚ ਹੈ, ਤੁਹਾਡੇ ਕੁਰਬਾਨੀ ਦਾ ਜਜ਼ਬਾ ਕਿਸੇ ਅਸੂਲ ਤੇ ਖੜਾ ਨਾ। ਹੂੰ ਔਰ ਜਦੋਂ ਮੈਂ ਲੱਭਿਆ ਕਿ ਵੀ ਪਹਿਲਾ ਅਸੂਲ ਇਹ ਸੀ ਵੀ ਜਦੋਂ ਕੰਪਨੀ ਨੇ ਪੰਜਾਬ ਤੇ ਹਮਲਾ ਕੀਤਾ, ਪੰਜਾਬ ਆਜ਼ਾਦ ਸੀ, ਮਤਲਬ 1849 ਤੱਕ ਪੰਜਾਬ ਆਜ਼ਾਦ ਸੂਬਾ ਸੀ, ਜੀ ਉਹਦੇ ਉੱਤੇ ਕੰਪਨੀ ਨੇ ਆਖਰੀ ਹਮਲਾ ਕੀਤਾ। ਔਰ ਉਹਦੀ ਡਿਫੈਂਸ ਵਿੱਚ ਸਰ ਫਤਿਹ ਸਿੰਘ ਨੇ ਸਾਰੀਆਂ ਜੰਗਾਂ ਲੜੀਆਂ, 3 ਵੱਡੀਆਂ ਨੇ 2 ਛੋਟੀਆਂ ਨੇ, ਹੂੰ ਤੇ ਉਹਨਾਂ ਨੇ ਕਿ ਉਹਨਾਂ ਦੀ ਅੱਧੀ ਜਾਇਦਾਦ ਖੋ ਲਈ। ਤੇ ਉਦੋਂ ਉਹਨਾਂ ਨੇ ਕਿਹਾ ਕਿ ਵੀ ਇਹ ਭਾਈ ਚਲੋ ਮੇਰੇ ਹਾਲੇ ਹੇਠ ਨਹੀਂ ਹੈ, ਪਰ ਇਹਨੂੰ ਵਾਹੇਗਾ ਕੌਣ, ਇਹ ਫੈਸਲਾ ਮੈਂ ਕਰ ਸਕਦਾ, ਬਿਲਕੁਲ ਕਿਉਂਕਿ ਜੇ ਇਹ ਕੰਪਨੀ ਵਾਲੇ ਫੈਸਲਾ ਕਰਨਗੇ ਤੇ ਉਹ ਕਿਸੇ ਜ਼ਗੀਰਦਾਰ ਨੂੰ ਬਿਠਾ ਦੇਣਗੇ, ਤੇ ਮੇਰੇ ਨਿਆਣੇ ਐਵੇਂ ਲੜ ਕੇ ਆਪਣੀ એનર્ਜੀ ਵੇਸਟ ਕਰਨਗੇ। ਤੇ ਪੋਜ਼ਿਟਿਵ એનર્ਜੀ ਰੱਖਣ ਲਈ ਉਹਨਾਂ ਨੇ ਰਾਹੋਂ ਤੋਂ ਮੁਸਲਮਾਨ ਮਤਲਬ ਮੁਜ਼ਾਰੇ ਸੀਗੇ, ਉਹਨਾਂ ਨੂੰ ਲਿਆ ਕੇ ਬਿਠਾਤਾ। ਹੂੰ ਨਾਲ ਇਹ ਕਹਿਤਾ ਕਿ ਭਾਈ ਮੈਂ ਆਪਣੀ ਨਿੱਜੀ ਲੜਾਈ ਨਹੀਂ ਲੜ ਸਕਦਾ, ਪਰ ਤੁਹਾਨੂੰ ਅਗਰ ਹੁਣ ਕੰਪਨੀ ਵਾਲੇ ਤੰਗ ਕਰਨਗੇ, ਤੁਹਾਡੀ ਲੜਾਈ ਮੈਂ ਲੜੂੰਗਾ, ਤੁਹਾਨੂੰ ਹੂੰ ਹੱਕ ਮੈਂ ਦੇਵਾਂਗਾ। ਤਾਂ ਉਹ ਪਹਿਲਾਂ ਜਦੋਂ 1857 ਆਈ, ਉਹ ਬੜਾ ਇੰਟਰਸਟਿੰਗ ਹੈ ਕਿ ਉਹ ਜੌਨ ਲਾਰੈਂਸ ਜਿਹੜਾ ਹੈ ਉਹ ਗਵਰਨਰ ਬਣ ਗਿਆ, ਜ਼ਗੀਰਦਾਰਾਂ ਨੂੰ ਬੁਲਾਇਆ ਉਹਨੇ ਵੀ ਮੇਰੀ ਮਦਦ ਕਰੋ। ਬਹੁਤੇ ਜ਼ਗੀਰਦਾਰ ਨੇ ਮੰਨ ਲਿਆ ਕਿ ਵੀ ਹੁਣ ਤੇ ਰਾਜ ਕਰਨ ਆ ਗਏ, ਹੁਣ ਆਪਾਂ ਕਾਹਦੇ ਲਈ ਇਹਦੇ ਨਾਲ ਵਿਗਾੜਨੀ ਹੈ। ਬਿਲਕੁਲ ਪਰ ਉਹਨਾਂ ਨੇ ਕਿਹਾ ਜੀ ਪ੍ਰੋਬਲਮ ਇਹ ਹੈ ਕਿ ਜਿਹੜੇ ਲੋਕਾਂ ਨੇ ਲੜਨਾ ਸੀ ਉਹਨਾਂ ਨੂੰ ਤੇ ਤੁਸੀਂ ਨਾਰਾਜ਼ ਕੀਤਾ, ਉਹਨਾਂ ਦੀਆਂ ਜਾਇਦਾਦਾਂ ਖੋਈਆਂ ਹੋਈਆਂ। ਉਹ ਕਹਿੰਦਾ ਉਹਨਾਂ ਨੂੰ ਸੁਨੇਹਾ ਭੇਜੋ, ਮੈਂ ਉਹ ਜਾਇਦਾਦ ਦਿਆਂਗਾ, ਹੋਰ ਦਿਆਂਗਾ। ਸਰ ਫਤਿਹ ਸਿੰਘ ਨੇ ਕਿਹਾ ਕਿ ਅਸਲ 'ਚ ਜ਼ਿੰਦਗੀ ਦਾ ਇਮਤਿਹਾਨ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਜਾਇਦਾਦ ਤੇ ਅਸੂਲ 'ਚੋਂ ਚੁਣਨਾ ਪਵੇ। ਮਤਲਬ ਅੱਜ ਖਟਕੜ ਕਲਾਂ ਇਹ ਮੈਸੇਜ ਦਿੰਦਾ ਹੈ ਕਿ ਤੁਸੀਂ ਅੱਜ ਲੋਕਾਂ ਦੇ ਨਾਲ ਖੜੇ ਹੁੰਦੇ ਹੋ, ਜਾਂ ਤੁਸੀਂ ਆਪਣੀ ਜਾਇਦਾਦ, ਜਿਹੜਾ ਪਿਛਲਾ ਨਿੱਜਵਾਦ ਦਾ ਦੌਰ ਰਿਹਾ ਹੈ, ਜਿਹਦੇ 'ਚ ਤੁਸੀਂ ਇਹ ਦੇਖਿਆ ਕਿ ਕਿੱਦਾਂ ਉਹਨਾਂ ਨੇ ਆਪਣੀਆਂ ਪੈਨਸ਼ਨਾਂ ਦੀ ਤਾਂ ਗੱਲ ਕੀਤੀ, ਜੀ ਲੋਕਾਂ ਦੀ ਸੁਰੱਖਿਆ ਦੀ ਗੱਲ ਕੀਤੀ, ਇਸੇ ਹੀ ਵਿਧਾਨ ਸਭਾ ਨੇ ਕਦੀ ਲੋਕਾਂ ਦੀ ਚਿੰਤਾ ਨਹੀਂ ਕੀਤੀ। ਹੂੰ ਹੁਣ ਕਹਿੰਦੇ ਸਾਡੀਆਂ ਰੋਟੀਆਂ ਕਿੱਦਾਂ ਚੱਲਣਗੀਆਂ, ਵੀ ਤੁਸੀਂ ਪਹਿਲਾਂ ਵੀ ਸੇਕੀਆਂ ਹੁਣ ਵੀ ਸੇਕੀਆਂ। ਤਾਂ ਉਹ ਜਿਹੜਾ ਸੀ, ਉਹ ਕਹਿੰਦੇ ਮੈਂ ਆਪਣੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਦੱਸ ਜਾਗਾ ਕਿ ਜਦੋਂ ਇਹ ਮੌਕਾ ਆਵੇ ਤੇ ਤੁਸੀਂ ਅਸੂਲ ਤੇ ਖੜੇ ਹੋਣਾ। ਔਰ ਬਿਲਕੁਲ ਅਸੂਲ ਤੇ ਵੀ ਉਹਨਾਂ ਨੇ ਅਥਾਰਟੀ ਕਿਹੜੀ ਕੋਟ ਕੀਤੀ, ਵੀ ਜਦੋਂ ਸਾਡੇ ਬਜ਼ੁਰਗਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਰਿਸ਼ਤਾ ਜੋੜਿਆ ਸੀ, ਤੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਵੀ ਅਸੂਲ ਦਾ ਮਤਲਬ ਕਿ ਜਿੱਥੇ ਲੋਕ ਆਪਣੇ ਹੱਕ ਲਈ ਖੜੇ ਹੋਣ, ਉਹਨਾਂ ਦੇ ਨਾਲ ਖੜੇ ਹੋਣਾ ਮਤਲਬ ਗੁਰੂ ਗੋਬਿੰਦ ਸਿੰਘ ਦੇ ਅਸੂਲ ਦੀ ਪੈਰੋਕਾਰੀ ਹੈ। ਔਰ ਇਹ ਸਾਜੀਤ ਸਿੰਘ ਉਹਨਾਂ ਨੇ ਆਪਣੀ, ਮਤਲਬ ਉਹਨਾਂ ਦੇ ਪੋਤੇ ਸਾਜੀਤ ਸਿੰਘ ਨੇ ਆਪਣੀ ਜਿਹੜੀ ਉਹਨਾਂ ਨੇ ਆਟੋਬਾਇਓਗ੍ਰਾਫੀ ਲਿਖੀ, ਉਹਦੇ 'ਚ ਸਾਨੂੰ ਦੱਸਿਆ ਕਿ ਮੇਰੇ ਦਾਦੇ ਨੇ ਇਹ ਗੱਲ ਮੈਨੂੰ ਇੰਨੀ ਵਾਰੀ ਸਮਝਾਈ, ਪਰ ਉਹਦਾ ਜਿਹੜਾ ਆਖਰੀ ਹੈ ਕਿ ਜਦੋਂ ਭਗਤ ਸਿੰਘ ਉਹਨਾਂ ਦੇ ਆਪਣੇ ਪਿਤਾ ਜੀ ਨਾਲ ਇੱਕ ਟੈਕਨੀਕਲ ਗਰਾਊਂਡ ਉੱਤੇ ਮਤਲਬ ਉਹਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਤਾਂ ਉਹਨਾਂ ਨੇ ਕਿਹਾ ਕਿ ਪਿਤਾ ਜੀ ਜਦੋਂ ਮੈਨੂੰ ਅਸੂਲ ਤੇ ਜ਼ਿੰਦਗੀ 'ਚੋਂ ਚੁਣਨਾ ਪਏਗਾ, ਮੈਂ ਅਸੂਲ ਚੁਣਾਂਗਾ, ਜ਼ਿੰਦਗੀ ਨਹੀਂ ਚੁਣਾਂਗਾ। ਤਾਂ ਮੈਂ ਕਿਹਾ ਲੱਗਦਾ ਹੈ ਇਹ ਪ੍ਰੋਫੈਸਰ ਖਟਕੜ ਸਾਹਿਬ ਕਲਾਂ ਇਹ ਜਿਹੜੇ ਅਸੂਲਾਂ ਦੀ ਗੱਲ ਸ਼ਹੀਦ ਭਗਤ ਸਿੰਘ ਕਰਦੇ ਆਏ, ਜਿਹੜੇ ਅਸੂਲਾਂ ਤੇ ਜਿਹੜਾ ਇੱਕ ਵਿਜ਼ਨ ਸੀਗਾ ਉੱਤੇ ਚੱਲਣ ਦੀ ਗੱਲ ਕਰਦੇ ਆਏ ਕਿ ਇਸ ਵਿਜ਼ਨ ਤੇ ਚੱਲਣਾ ਚਾਹੀਦਾ ਆ, ਭਾਵੇਂ ਉਹ ਜੇਲ੍ਹ ਦੇ ਵਿੱਚ ਬਹਿ ਕੇ ਹੋਵੇ, ਭਾਵੇਂ ਬਾਹਰ ਲੋਕਾਂ ਨਾਲ ਵਿਚਰ ਕੇ ਹੋਵੇ, ਜਾਂ ਜਿੰਨਾ ਵੀ ਆਪਣੀ ਜ਼ਿੰਦਗੀ ਦਾ ਸਮਾਂ ਸੀਗਾ, ਜਿਸ ਤਰੀਕੇ ਦੀ ਜ਼ਿੰਦਗੀ ਉਹਨਾਂ ਨੇ ਜੀ ਕੇ ਤੇ ਆਪਣਾ ਇੱਕ ਵਿਜ਼ਨ ਬਣਾਇਆ ਸੀਗਾ, ਲੋਕਾਂ ਨੂੰ ਕਿਹਾ ਸੀਗਾ ਕਿ ਜਿਹੜੀ ਆਜ਼ਾਦੀ ਉਹਨਾਂ ਦੀ ਦਿੱਤੀ ਹੋਈ ਸਾਡੇ ਕੋਲ ਹੈਗੀ ਹੈ, ਉਹ ਆਜ਼ਾਦੀ ਵੇਲੇ ਜਿਸ ਵਕਤ ਉਹਨਾਂ ਨੇ ਇੱਕ ਵਿਜ਼ਨ ਦਿੱਤਾ ਸੀਗਾ, ਅੱਜ ਉਹ ਵਿਜ਼ਨ ਕਿਸੇ ਵੀ ਪ੍ਰਕਾਰ ਦੇ ਵਿੱਚ ਜ਼ਿੰਦਾ ਹੈਗਾ ਆ, ਜਾਂ ਇਹ ਸਿਰਫ ਚੋਣਾਂ ਦੇ ਵਾਸਤੇ ਜਾਂ ਇੱਕ ਆਪਣਾ ਪੋਲੀਟੀਕਲ ਇੱਕ ਰੂਪ ਬਣਾਉਣ ਵਾਸਤੇ ਇੱਕ ਯੂਜ਼ ਕੀਤਾ ਜਾ ਰਿਹਾ ਆ ਸ਼ਹੀਦ ਭਗਤ ਸਿੰਘ ਦੇ ਵਿਜ਼ਨ ਨੂੰ, ਉਹਨਾਂ ਦੇ ਸ਼ਬਦ ਨੂੰ, ਉਹਨਾਂ ਦੇ ਨਾਮ ਨੂੰ? ਨਹੀਂ, ਮੈਂ ਇਹ ਸਮਝਦਾ ਕਿ ਇਹਨੂੰ ਥੋੜਾ ਜਿਹਾ, ਜਿਹਨੂੰ ਆਪਾਂ ਕਹਿੰਦੇ ਨੇ, ਚਾਂਸ ਦੇਣਾ ਚਾਹੀਦਾ ਜੀ ਕਿ ਇਹ ਪਹਿਲੀ ਵਾਰੀ ਹੈ ਕਿ ਉਹਨਾਂ ਨੇ ਬੜੇ ਪ੍ਰਤੱਖ ਤੌਰ ਤੇ ਕਮਿਟ ਕੀਤਾ। ਹੂੰ ਅਗਰ ਨਹੀਂ ਪਤਾ ਤੇ ਪੜ੍ਹਾ ਦਿਆਂਗੇ, ਅਗਰ ਉਹ ਇਹਦੇ ਤੇ ਨਹੀਂ ਕਰਦੇ। ਜਿੱਦਾਂ ਮੈਂ ਦੂਜੀ ਗੱਲ ਇਹ ਕਹਿਣਾ ਹੁੰਦਾ ਕਿ ਜਿੱਦਾਂ ਤੁਸੀਂ ਦੇਖਿਆ ਕਿ ਇਤਿਹਾਸ ਦੇ ਕੂੜਾਦਾਨ ਵਿੱਚ ਉਹ ਸਾਰੇ ਚਲੇ ਗਏ, ਇਸ ਇਲੈਕਸ਼ਨ ਨੇ ਉਹਨਾਂ ਨੂੰ ਸਾਰਿਆਂ ਨੂੰ ਕੂੜਾਦਾਨ, ਇਹਨੂੰ ਇਤਿਹਾਸ ਦਾ ਕੂੜਾਦਾਨ ਅਸੀਂ ਕਹਿੰਦੇ ਜੀ ਕਿ ਤੁਸੀਂ ਉਹਦੇ ਚ ਪਾਤਾ, ਕਿਉਂਕਿ ਉਹ ਆਪਣੀ ਲੋਕਾਂ ਦੀ ਜਿਹੜੀ ਮਤਲਬ ਐਸਪਾਇਰੇਸ਼ਨ ਹੈ, ਉਹਨਾਂ ਦੀ ਜਿਹੜੀ ਮਤਲਬ ਖਾਹਿਸ਼ ਹੈ, ਉਹਨੂੰ ਪੂਰਾ ਨਹੀਂ ਕਰ ਸਕੇ। ਹੂੰ ਤੇ ਇਹ ਜਿਹੜਾ ਹੈ, ਔਰ ਇਹੀ ਭਗਤ ਸਿੰਘ ਨੇ ਕਿਹਾ ਸੀ, ਮਤਲਬ ਬੜਾ ਪਿਆਰੇ ਵਰਡ ਨੇ ਉਹਨਾਂ ਦੇ, ਮਤਲਬ ਅਸੈਂਬਲੀ ਦੇ ਜਦੋਂ ਉਹਨਾਂ ਨੇ ਬਿਆਨ ਚ ਕਿਹਾ ਕਿ ਵੀ ਹੰਬਲੀ ਸਬਮਿਟ ਟੂ ਬੀ ਸੀਰੀਅਸ ਸਟੂਡੈਂਟ ਆਫ ਹਿਸਟਰੀ, ਅਸੀਂ ਇਤਿਹਾਸ ਦੇ ਸੰਜੀਦਾ ਵਿਦਿਆਰਥੀ ਹਾਂ, ਆਪਣੇ ਲੋਕਾਂ ਦੀਆਂ ਹਾਲਾਤ ਨੂੰ ਅਸੀਂ ਬੜੀ ਗਹਿਰੇ ਤੌਰ ਤੇ ਸਮਝਿਆ, ਉਹ ਲੋਕ ਚਾਹੁੰਦੇ ਕੀ ਨੇ। ਮਤਲਬ ਅੱਜ ਜਿਹੜੀ ਹੈ ਉਹ ਤੁਹਾਡੀ ਮਤਲਬ, ਔਰ ਤੁਸੀਂ ਦੋ ਆਦਰਸ਼ਾਂ ਨੂੰ ਇਕੱਠੇ ਕਰ ਰਹੇ ਹੋ, ਬਹੁਤ ਹੀ ਵਧੀਆ ਗੱਲ।
ਔਰ ਤੁਸੀਂ ਬਿਲਕੁਲ ਠੀਕ ਵਰਡ ਯੂਜ਼ ਕੀਤਾ ਹੈ ਕਿ ਇਹ ਵਿਜ਼ਨਰੀ ਨੇ, ਇਹ ਜੀ। ਡ੍ਰੀਮਰ ਨਹੀਂ ਹੈ। ਹੂੰ। ਡ੍ਰੀਮਰ ਤੇ ਵਿਜ਼ਨਰੀ ਵਿੱਚ ਸਾਨੂੰ ਫਰਕ ਦੇਖਣਾ ਚਾਹੀਦਾ ਹੈ। ਡ੍ਰੀਮਰ ਜਿਹੜਾ ਹੈ ਉਹ ਉਹਨੂੰ ਅਟੋਪੀਅਨ ਕਹਿੰਦੇ ਨੇ ਭਗਤ ਸਿੰਘ, ਕਿ ਜਿਹੜੇ ਸਾਡੇ ਪਹਿਲੇ ਲੀਡਰ ਨੇ ਉਹ ਅਟੋਪੀਅਨ ਨੇ, ਬਿਲਕੁਲ। ਲੇਕਿਨ ਡ੍ਰੀਮ ਨੂੰ ਸਾਜ਼ਗਾਰ ਨਹੀਂ, ਲੇਕਿਨ ਜਿਹੜਾ ਵਿਜ਼ਨ ਹੁੰਦਾ ਹੈ ਉਹ ਰਿਐਲਿਟੀ ਨੂੰ ਚੇਂਜਿੰਗ ਹੁੰਦਾ ਹੈ। ਔਰ ਭਗਤ ਸਿੰਘ ਉਹਨਾਂ ਨੇ ਔਰ ਉਹਨਾਂ ਦੇ ਸਾਥੀਆਂ ਨੇ ਤੇ 2 ਫਰਵਰੀ 1931 ਦੇ ਲੈਟਰ ਵਿੱਚ ਪੂਰਾ ਪ੍ਰੋਗਰਾਮ ਡੈਲੀਨੇਟ ਕਰਤਾ ਜੀ। ਕਿ ਕੀ ਜਿਹੜੇ ਪੱਖ ਨੇ ਜਿਹਦੇ ਨਾਲ ਲੋਕਾਂ ਨੂੰ ਸੰਪੂਰਨ ਆਜ਼ਾਦੀ ਦਾ ਫਲ ਮਿਲੇਗਾ। ਤਾਂ ਅਸੀਂ ਉੱਥੇ ਖੜੇ ਹਾਂ। ਤਾਂ ਮੈਂ ਸਮਝਦਾ ਕਿ ਇਹ ਚਾਹੇ ਤੁਸੀਂ ਸ਼ੁਰੂ 'ਚ ਮਤਲਬ ਕਈ ਵਾਰੀ ਇਤਿਹਾਸ ਧੱਕ ਕੇ ਲੈ ਜਾਂਦਾ ਤੁਹਾਨੂੰ, ਤੁਸੀਂ ਨਾ ਚਾਹੁੰਦੇ ਹੋਏ ਵੀ ਤੁਸੀਂ ਉਸ ਮਰਹਲੇ ਖੜੇ ਹੋ ਜਿਹੜੇ ਜਿੱਥੇ ਸਮਾਜੀ ਨਿਆਂ ਦਾ ਜਿਹੜਾ ਭਗਤ ਸਿੰਘ ਉਹਨਾਂ ਨੇ ਮਤਲਬ ਸ਼ੁਰੂ ਕੀਤਾ, ਮਤਲਬ ਉਹਨੂੰ ਬਾਬਾ ਸਾਹਿਬ ਅੰਬੇਦਕਰ ਨੇ ਕਨਸਟੀਟਿਊਸ਼ਨ 'ਚ ਲਿਆਂਦਾ। ਔਰ ਮੈਂ ਬਾਰ-ਬਾਰ ਕਹਿ ਰਿਹਾ ਕਿ ਮੈਨੂੰ ਵੀ ਹੈਰਾਨੀ ਹੋਈ ਕਿ ਜਿਹੜਾ ਕਨਸਟੀਟਿਊਸ਼ਨ 'ਚ ਸਾਨੂੰ ਇਹ ਤੇ ਕਹਿ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਡਿਊਟੀ ਕਰੋ, ਫਰਜ਼ਾਂ ਦੀ ਗੱਲ ਨਾ ਕਰੋ। ਜੀ। ਹਾਲਾਂਕਿ ਫਰਜ਼ ਜਿਹੜੇ ਨੇ, ਫੰਡਾਮੈਂਟਲ ਰਾਈਟਸ ਜਿਹੜੇ ਨੇ, ਉਹ ਤੁਹਾਨੂੰ ਇਤਿਹਾਸਕ ਤੌਰ ਤੇ ਭਗਤ ਸਿੰਘ ਦੀ ਇੱਕ ਨੁਕਤਾਚੀਨੀ ਦਾ ਜਵਾਬ ਸੀ, ਉਹਨਾਂ ਦਾ ਇੱਕ ਪੁਆਇੰਟ ਸੀ ਕਿ ਤੁਸੀਂ ਦੱਸੋ ਭਾਈ ਤੁਹਾਡੇ ਕੋਲ ਕੀ ਮਤਲਬ ਨੈਸ਼ਨਲ ਮੂਵਮੈਂਟ ਜਿਹੜੀ ਹੈ ਉਹ ਲੋਕਾਂ ਨੂੰ ਸੰਪੂਰਨ ਆਜ਼ਾਦੀ ਕਿਵੇਂ ਦੇਗੀ। ਬਿਲਕੁਲ। ਤੇ ਪੰਡਿਤ ਨਹਿਰੂ ਨੇ ਕਿਹਾ ਕਿ ਇਹਦੇ ਵਾਸਤੇ ਸਾਨੂੰ ਫੰਡਾਮੈਂਟਲ ਰਾਈਟ ਇਨਸ਼ੋਰ ਕਰਨੇ ਪੈਣੇ ਨੇ। ਹੂੰ। ਔਰ ਫੰਡਾਮੈਂਟਲ ਰਾਈਟ ਦਾ ਚੈਪਟਰ ਮਾਰਚ 1931 ਵਿੱਚ ਕਰਾਚੀ 'ਚ ਲਿਖਿਆ ਗਿਆ ਸੀ, ਜਿਹੜਾ ਕਨਸਟੀਟਿਊਸ਼ਨ 'ਚ ਆਇਆ। ਜੀ। ਔਰ ਉਹਦਾ ਇੱਕ ਚੈਪਟਰ ਮੈਂ ਕਿਹਾ ਜਿਹੜਾ ਭੁੱਲ ਜਾਂਦੇ ਉਹ, ਮਤਲਬ ਸਰਕਾਰ ਦੀ ਲੋਕਾਂ ਪ੍ਰਤੀ ਜ਼ਿੰਮੇਵਾਰੀ ਕੀ ਹੈ, ਉਹ ਕਿਹੋ ਜਿਹੀਆਂ ਨੀਤੀਆਂ ਬਣਾਵੇ, ਉਹ ਚੌਥਾ ਚੈਪਟਰ ਹੈ ਹੂੰ। ਜਿਹਦੇ 'ਚ ਇਹ ਹੈਗਾ ਕਿ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਕਿ ਰਾਜ ਨੇ ਜਿਹੜੀ ਆਪਣੀਆਂ ਨੀਤੀਆਂ ਬਣਾਉਣੀਆਂ ਨੇ ਉਹ ਕਿਸ ਦਿਸ਼ਾ ਵਿੱਚ ਹੋਣਗੀਆਂ ਤਾਂ ਕਿ ਉਹ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਸਕੇ। ਔਰ ਇਹ ਸਾਡਾ ਅਨਫੋਰਚੂਨੇਟ ਹੈ, ਅਸੀਂ 74 ਸਾਲ ਬਾਅਦ ਇੱਥੇ ਕਿਉਂ ਖੜੇ ਹਾਂ, ਕਿਉਂਕਿ ਉਸ ਚੈਪਟਰ ਨੂੰ ਪੜ੍ਹਿਆ ਹੀ ਨਹੀਂ ਕਿਸੇ ਨੇ। ਬਿਲਕੁਲ। ਸਗੋਂ ਮੈਂ ਜਦੋਂ ਸੁਣਦਾ ਰਿਹਾ ਉਹ ਕਹਿੰਦੇ ਰਹੇ ਜੀ ਇਹ ਤਾਂ ਹੈ ਵੀ ਜਦੋਂ ਹੋਊਗਾ ਉਦੋਂ ਕਰ ਲਾਂਗੇ। ਮਤਲਬ ਇਹ ਕਿਹੜੀ ਨੀਤੀ ਦਾ ਦਿਸ਼ਾ ਨਿਰਦੇਸ਼ ਹੋਏ। ਮਤਲਬ ਨਾਲ ਉੱਤੇ ਇੱਕ ਲਾਈਨ ਲਿਖ ਦਿੱਤੀ, ਬਹੁਤ ਝਗੜਾ ਹੋਇਆ ਕਿ ਵੀ ਇਹਨੂੰ ਕਿਤੇ ਅਦਾਲਤ 'ਚ ਨਾ ਲਿਜਾਇਓ। ਮਤਲਬ ਇਸੇ ਤੇ ਫਿਰ ਕਰਕੇ ਇਹਦੇ ਉੱਤੇ ਪ੍ਰੋਫੈਸਰ ਸਾਹਿਬ ਇਹ ਚੀਜ਼ ਤਾਂ ਫਿਰ ਠੀਕ ਹੈ ਕਿ ਆਪਾਂ ਨੂੰ ਚੀਜ਼ਾਂ ਬਾਰੇ ਪਤਾ ਹੀ ਨਹੀਂ, ਸਿਰਫ ਜਿਹੜੇ ਸਕਾਲਰ ਸਪੈਸ਼ਲੀ ਪੜ੍ਹਨ ਜਾਂਦੇ ਨੇ ਉਹਨਾਂ ਨੂੰ ਕੁਝ ਹਿੱਸੇ ਦਾ ਪਤਾ ਹੋਏਗਾ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ, ਜਿਨ੍ਹਾਂ ਨੇ ਬੜੀ ਰਿਸਰਚ ਕੀਤੀ ਬਹਿ ਕੇ ਉਹਨਾਂ ਉੱਤੇ। ਲੇਕਿਨ ਅਸੀਂ ਆਮ ਇਨਸਾਨ ਦੀ ਗੱਲ ਕਰੀਏ, ਅਸੀਂ ਸਿਰਫ ਉੱਤੋਂ 4 ਅੱਖਰਾਂ ਨਾਲ 4 ਚੀਜ਼ਾਂ ਨਾਲ ਜਾਣੂ ਹੈਗੇ ਆ। ਲੇਕਿਨ ਫਿਰ ਉਹਨਾਂ ਦੇ ਨਾਮ ਦੀ ਛੁੱਟੀ ਦਾ ਫਾਇਦਾ ਹੈਗਾ ਆ ਕਿ ਉਹਨਾਂ ਦੇ ਬਾਰੇ ਪੜ੍ਹਾ ਕੇ ਜ਼ਿਆਦਾ ਫਾਇਦਾ ਆ ਕਿ ਲੋਕਾਂ ਨੂੰ ਕਿਹਾ ਜਾਵੇ ਕਿ ਜਿਸ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਜਾਂ ਉਹਨਾਂ ਦਾ ਜਨਮ ਦਿਹਾੜਾ ਹੈਗਾ ਆ, ਉਸ ਦਿਨ ਜਾ ਕੇ ਖਟਕੜ ਕਲਾਂ ਦੇ ਵਿੱਚ ਸਾਰੇ ਪੜ੍ਹਨ, ਉਹਨਾਂ ਦੇ ਜੱਦੀ ਘਰ ਦੇ ਵਿੱਚ ਜਾ ਕੇ ਬੈਠਿਆ ਜਾਵੇ, ਉਹਨਾਂ ਦੇ ਬਾਰੇ ਪੜ੍ਹਿਆ ਜਾਵੇ, ਉਹਨਾਂ ਨੂੰ ਯਾਦ ਕੀਤਾ ਜਾਵੇ। ਉਹ ਜ਼ਿਆਦਾ ਚੰਗੀ ਚੀਜ਼ ਹੈ ਕਿ ਉਸ ਦਿਨ ਛੁੱਟੀ ਅਨਾਉਂਸ ਕਰਨਾ ਚੰਗੀ ਚੀਜ਼ ਹੈ। ਨਹੀਂ ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ। ਮੈਂ ਸਮਝਦਾ ਕਿ ਉਹਦੇ ਨਾਲੋਂ ਵੀ ਜਿਹੜੀ ਅੱਜ ਬਹੁਤ ਜਿਸ ਇਤਿਹਾਸਕ ਚੱਕਰ 'ਚ ਚੱਲਦਾ ਹੈ, ਜਦੋਂ ਭਗਤ ਸਿੰਘ ਕਹਿੰਦੇ ਆ ਕਿ ਅਸੀਂ ਇਤਿਹਾਸ ਦੇ ਸੰਜੀਦਾ ਵਿਦਿਆਰਥੀ ਹਾਂ, ਉਹਨਾਂ ਨੇ ਇਤਿਹਾਸ ਦੇ ਨਿਯਮਾਂ ਨੂੰ ਸਮਝਿਆ। ਮਤਲਬ ਇਹ ਨੇਤਾ ਜੀ ਸੁਭਾਸ਼ ਨੇ ਕਿਹਾ ਸੀਗਾ ਕਿ ਸੰਪੂਰਨ ਵਿਅਕਤੀ ਬਣਨਾ ਚਾਹੁੰਦਾ ਮੈਂ, ਔਰ ਉਹਨਾਂ ਨੇ ਸੰਪੂਰਨ ਵਿਅਕਤੀ ਦੀ ਡੈਫੀਨੇਸ਼ਨ ਕੀ ਦਿੱਤੀ ਸੀ ਕਿ ਤੁਸੀਂ ਇਤਿਹਾਸ ਨੂੰ ਉਹਦੇ ਨਿਯਮਾਂ ਵਿੱਚ ਪੜ੍ਹਿਆ, ਰਾਜੇ ਰਾਣੀ ਦੀ ਕਹਾਣੀ 'ਚ ਨਹੀਂ ਪੜ੍ਹਿਆ। ਬਿਲਕੁਲ। ਕਿਉਂ? ਜਦੋਂ ਸ਼ਾਹਜੀਤ ਸਿੰਘ ਮਤਲਬ 1909 ਵਿੱਚ ਜਦੋਂ ਹਿੰਦੁਸਤਾਨ ਛੱਡ ਰਹੇ ਸੀ ਤੇ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਆਰਟੀਕਲ ਲਿਖਿਆ ਕਿ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕੌਮਾਂ ਤਰੱਕੀ ਕਿਵੇਂ ਕਰਦੀਆਂ ਨੇ ਤੇ ਕੌਮਾਂ ਗਿਰਦੀਆਂ ਕਿਵੇਂ ਨੇ। ਉਹਨਾਂ ਨੇ ਦੁਨੀਆ ਦੇ ਇਤਿਹਾਸ 'ਚੋਂ ਐਗਜ਼ਾਮਪਲ ਦਿੱਤੀਆਂ। ਤਾਂ ਇਹ ਜਿਹੜਾ ਹੈ, ਔਰ ਉਹ ਅੱਜ ਅਸੀਂ ਇਤਿਹਾਸਕ ਜਗ੍ਹਾ ਤੇ ਖੜੇ ਹਾਂ। 1924 ਨੂੰ ਮੈਂ ਯਾਦ ਕਰਵਾ ਰਿਹਾ ਕਿ 1924 ਜਿਹੜੀ ਤੁਸੀਂ ਗੱਲ ਕਰਦੇ ਹੋ ਉਹਦਾ ਹੀ ਇਹ ਹੈ ਕਿ 1924 ਵਿੱਚ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜਿਹੜਾ ਸਭ ਤੋਂ ਵੱਡਾ ਰਾਜਨੀਤਿਕ ਕੰਮ ਕੀਤਾ ਸੀ ਉਹ ਨੌਜਵਾਨ ਲਹਿਰ ਖੜੀ ਕਰਨ ਦਾ ਕੀਤਾ ਸੀ। ਬਿਲਕੁਲ। ਔਰ ਮੈਨੂੰ ਬੜਾ ਇੰਟਰਸਟਿੰਗ ਲੱਗਾ ਕਿ ਨੇਤਾ ਜੀ ਸੁਭਾਸ਼ ਜਦੋਂ ਭਗਤ ਸਿੰਘ ਬਾਰੇ ਲਿਖ ਰਹੇ ਨੇ ਤੇ ਉਹ ਕਹਿੰਦੇ ਭਗਤ ਸਿੰਘ ਉਹ ਜਿਹਨੇ ਨੌਜਵਾਨ ਲਹਿਰ ਨੂੰ ਜਨਮ ਦਿੱਤਾ। ਮਤਲਬ ਇਹ ਉਹਦੀ ਕੰਟਰੀਬਿਊਸ਼ਨ ਸੀ। ਉਹ 'ਚ ਕੀ ਸੀਗਾ ਕਿ ਵੀ ਉਸ ਵੇਲੇ ਸਾਡੇ ਫਿਰਕਾ ਪ੍ਰਸਤੀ ਇੰਨੀ ਮਤਲਬ ਸੰਪਰਦਾਇਕਤਾ ਸੀ ਕਿ ਮੋਤੀ ਲਾਲ ਨਹਿਰੂ ਕਹਿ ਰਹੇ ਨੇ ਕਿ ਕਿੰਨੀ ਸਾਡੀ ਬਦਕਿਸਮਤੀ ਹੈ ਕਿ ਅਸੀਂ ਇੰਨੇ ਸਾਲਾਂ ਤੋਂ ਲੋਕਾਂ ਨੂੰ ਇਕੱਠੇ ਕਰਦੇ ਆ ਰਹੇ ਹਾਂ, ਹੁਣ ਪਿੰਡਾਂ ਵਿੱਚ ਵੀ ਧਰਮ ਦੇ ਨਾਂ ਤੇ ਦੰਗੇ ਹੋ ਰਹੇ ਨੇ ਜੀ। ਇਹ 1924 ਦਾ ਹਾਲ ਸੀ। ਭਗਤ ਸਿੰਘ ਨੇ ਮਤਲਬ, ਔਰ ਉਹ ਕਹਿੰਦੇ, ਭਗਤ ਸਿੰਘ ਕਹਿੰਦੇ ਨੇ ਕਿ ਵੀ ਚਲੋ ਲੋਕਾਂ ਦੇ ਦਿਮਾਗ ਨੂੰ ਤਾਂ ਨਹੀਂ ਬਦਲਿਆ ਜਾ ਸਕਦਾ, ਲੇਕਿਨ ਅਗਰ ਨੌਜਵਾਨਾਂ ਨੂੰ
ਇਸ ਚੀਜ਼ ਤੋਂ ਮੁਕਤ ਕਰਤਾ ਜਾਵੇ ਕਿ ਉਹਨਾਂ ਦੇ ਦਿਮਾਗ ਵਿੱਚ ਧਾਰਮਿਕ ਵਿਤਕਰਾ ਨਹੀਂ ਆਏਗਾ, ਉਹਨਾਂ 'ਚ ਜਾਤ ਪਾਤ ਦਾ ਵਿਤਕਰਾ ਨਹੀਂ ਆਏਗਾ। ਔਰ ਤੀਸਰੀ ਗੱਲ ਜਿਹੜੀ ਉਹਨਾਂ ਨੇ ਮਤਲਬ ਆਪਣੀ ਜੇਲ੍ਹ ਨੋਟਬੁੱਕ ਵਿੱਚ ਹੀ ਦੁਬਾਰਾ ਨੋਟ ਕੀਤੀ ਕਿ ਵੀ ਰੂਸ ਤੋਂ ਕੀ ਸਿੱਖਿਆ ਜਾਵੇ। ਮਤਲਬ ਉਹ ਕਹਿੰਦੇ ਰੂਸ ਦੇ ਜਿਹੜੇ ਬੋਲਸ਼ੇਵਿਕ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਦੁਸ਼ਮਣ ਵੀ ਕਹਿੰਦੇ ਨੇ ਕਿ ਉਹ ਹਰ ਚੀਜ਼ ਨੂੰ ਉਹਦੇ ਕਾਰਨ ਨਾ ਜਾਣਦੇ ਨੇ। ਬਿਲਕੁਲ ਇਸ ਕਰਕੇ ਨੌਜਵਾਨ ਹਰ ਚੀਜ਼ ਜੋ ਬੀਤ ਰਹੀ ਉਹਦੇ ਦੁਆਲੇ ਉਹਦਾ ਕਾਰਨ ਲੱਭੇ। ਜਦੋਂ ਤੁਸੀਂ ਕਾਰਨ ਲੱਭ ਲਓਗੇ ਫਿਰ ਉਹਦਾ ਹੱਲ ਨਿਕਲ ਆਉਂਦਾ। ਜੇ ਕਾਰਨ ਨਹੀਂ ਸਮਝਿਆ ਆਪਾਂ, ਮਤਲਬ ਈਵਨ ਸਿਹਤ ਦੇ ਬਾਰੇ ਡਾਕਟਰ ਕੋ ਜਾਣੇ ਇਸ ਕਰਕੇ ਕੋਈ ਕਾਰਨ ਲੱਭ ਲੈ, ਜੇ ਉਹ ਕਾਰਨ ਲੱਭ ਲੈਂਦਾ ਤੁਹਾਡੀ ਸਿਹਤ ਠੀਕ ਹੋ ਜਾਂਦੀ ਹੈ। ਹੂੰ ਨਹੀਂ ਤੇ ਆਪਾਂ ਆਪ ਖੁਦ ਰਹਿੰਦੇ। ਤਾਂ ਇਹ ਭਗਤ ਸਿੰਘ ਨੇ ਚੌਥੀ ਡਿਮੈਂਸ਼ਨ ਬਹੁਤ ਇੰਪੋਰਟੈਂਟ ਹੈ। ਉਹ ਕਹਿੰਦੇ ਵੀ ਸਾਡਾ ਅੰਗਰੇਜ਼ ਰਾਜ ਨੂੰ ਬਦਲਣ ਦਾ, ਜਿਹਨੂੰ ਆਪਾਂ ਇਨਕਲਾਬ ਦੀ ਤੁਸੀਂ ਗੱਲ ਕੀਤੀ ਹੈ, ਉਹ ਕਿਹੜਾ ਸਰਾਪ ਹੈ ਜਿਹਦੇ ਤੋਂ ਮੁਕਤ ਹੋਣਾ ਆਪਾਂ। ਉਹ ਕਹਿੰਦੇ ਸਭ ਤੋਂ ਵੱਡਾ ਸਰਾਪ ਅੰਗਰੇਜ਼ ਰਾਜ ਦਾ ਹੈ ਨਾ ਬਰਾਬਰੀ, ਕਿ 98% ਲੋਕ ਜਿਹੜੇ ਨੇ ਉਹਨਾਂ ਕੋ ਕੋਈ ਰਿਸੋਰਸਸ ਨਹੀਂ ਹੈਗੇ, ਜੀ 2% ਸਾਰੇ ਇਕੱਠੇ ਕਰੇ ਜਾਂਦੇ ਨੇ। ਔਰ ਇਹ ਕਹਿੰਦੇ ਉਹਦਾ ਜਿਹੜਾ ਹੱਲ ਹੈ ਉਹ ਇੱਕ ਯਥਾਰਥਕ ਹੱਲ ਜਿਹੜਾ ਹੈ ਉਹ ਸਮਾਜਵਾਦ ਹੈ, ਕਿਉਂਕਿ ਉਹ ਇੱਕ ਵਿਗਿਆਨਕ ਸੋਚ ਹੈਗੀ ਹੈ। ਮਤਲਬ ਉਹਨੂੰ ਉਹਨਾਂ ਨੇ ਮਤਲਬ ਇਹ ਚੌਂ ਡਿਮੈਂਸ਼ਨ ਤੇ ਉਹਨਾਂ ਨੇ ਨੌਜਵਾਨ ਖੜਾ ਕੀਤਾ। ਜਦ ਤੁਸੀਂ ਕਹੇ ਬਿਲਕੁਲ ਠੀਕ ਹੈ ਕਿ ਐਕਚੁਅਲੀ ਉਸ ਦਿਨ ਤੇ ਨੌਜਵਾਨਾਂ ਦੇ ਕੈਂਪ ਲੱਗਣੇ ਚਾਹੀਦੇ ਨੇ, ਜੀ ਭਗਤ ਸਿੰਘ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ, ਮਤਲਬ ਅੱਜ ਦੇ ਆਪਣੇ ਸੰਸ਼ੇ ਜਿਹੜੇ ਦੂਰ ਕਰਨੇ ਚਾਹੀਦੇ ਨੇ। ਤੇ ਉਹ ਜ਼ਿਆਦਾ ਛੁੱਟੀ ਦਾ ਮਤਲਬ ਹੈ ਕਿ ਤੁਸੀਂ ਆਪਣੇ ਰੈਗੂਲਰ ਕੰਮ ਤੋਂ ਮਤਲਬ ਇਸ ਕੰਮ ਵੱਲ ਲਾਓਗੇ। ਜੇ ਛੁੱਟੀ ਦਾ ਮਤਲਬ ਛੁੱਟੀ ਮਨਾਉਣਾ ਹੀ ਹੈ, ਚਲੋ ਪਿਕਨਿਕ ਕਰਦੇ ਆ, ਤੇ ਫਿਰ ਉਹ ਟ੍ਰਿਬਿਊਟ ਨਹੀਂ ਹੈ। ਬਿਲਕੁਲ ਲੇਕਿਨ ਦੂਜੇ ਬੰਦੇ ਕਿਉਂਕਿ ਤੁਸੀਂ ਕੰਮਾਂ ਨਾਲ ਬੱਝੇ ਹੋਏ ਹੋ, ਤੁਸੀਂ ਉੱਥੇ ਨਹੀਂ ਜਾ ਸਕਦੇ, ਤੁਹਾਨੂੰ ਇਸ ਕਰਕੇ ਉਹ ਕੰਮ ਤੋਂ ਛੁੱਟੀ ਮਿਲੀ ਹੈ ਤਾਂ ਕਿ ਤੁਸੀਂ ਉਹਦੇ ਬਾਅਦ ਉਹ ਕੰਮ ਕਰ ਸਕੋ। ਤਾਂ ਇੱਕ ਦਿਨ ਡੈਡੀਕੇਟ ਕਰਨਾ। ਔਰ ਇੱਕ ਜਿਹੜੀ ਬਹੁਤ ਹੀ ਮੈਂ ਸਮਝਦਾ ਇਤਿਹਾਸਕ ਇਹ ਗੱਲ ਆਪਾਂ ਇਹ ਨਾ ਲਈਏ, ਉਹ ਸੰਜੀਦਗੀ ਪੈਦਾ ਕਰਦੀ ਹੈ ਕਿ ਤੁਸੀਂ ਦੋ ਵਿਜ਼ਨਰੀਜ਼ ਜਿਹੜੇ ਨੇ ਉਹਨਾਂ ਨੂੰ ਇਕੱਠੇ ਕੀਤਾ, ਬਿਲਕੁਲ ਭਗਤ ਸਿੰਘ ਨੂੰ ਤੇ ਬਾਬਾ ਸਾਹਿਬ ਅੰਬੇਦਕਰ ਨੂੰ, ਕਿਉਂਕਿ ਦੋਨੋਂ ਹੀ ਸਮਾਜਿਕ ਨਿਆਂ, ਜਾਤ ਪਾਤ ਦੇ ਉੱਤੇ, ਧਰਮ ਦੇ ਉੱਤੋਂ ਮੁਕਤੀ ਵਾਸਤੇ ਜਿਹੜਾ ਉਨਮਾਦ ਹੈ ਧਰਮ ਦਾ, ਮਤਲਬ ਜਿਹਨੂੰ ਆਪਾਂ ਕਮਿਊਨਲਿਜ਼ਮ ਕਹਿੰਦੇ ਆ, ਉਹਦੇ ਤੋਂ ਕੀਤਾ। ਔਰ ਭਗਤ ਸਿੰਘ ਨੇ ਵੀ ਕਿਹਾ ਸੀ ਕਿ ਜਦੋਂ ਮਤਲਬ ਸਮਾਜ ਦੀ ਤਰੱਕੀ ਰੁਕਦੀ ਹੈ ਤੇ ਫਿਰ ਰਿਐਕਸ਼ਨਰੀ ਫੋਰਸਸ ਜਿਹੜੀਆਂ ਭਾਰੂ ਹੋ ਜਾਂਦੀਆਂ, ਪਰ ਕਹਿੰਦਾ ਖਤਰਾ ਇਹ ਹੁੰਦਾ ਕਿ ਉਹ ਬਹੁਤ ਸਾਰਾ ਨੁਕਸਾਨ ਕਰ ਜਾਂਦੀਆਂ ਨੇ। ਤੇ ਮੈਂ ਕਿਸਾਨਾਂ ਨਾਲ ਜਦੋਂ ਗੱਲ ਕਰਦਾ ਸੀ, ਮੈਂ ਕਿਹਾ ਭਗਤ ਸਿੰਘ ਇਹ ਦੱਸ ਰਹੇ ਨੇ ਕਿ ਜੇ ਤੁਹਾਡੇ ਖੇਤ 'ਚ ਖੇਤੀ ਚੰਗੀ ਨਹੀਂ ਹੋ ਰਹੀ ਤੇ ਨਦੀਨ ਉੱਗਣਾ, ਬਿਲਕੁਲ ਵੀਡਸ ਹੋਣਗੇ, ਔਰ ਵੀਡਸ ਜਿਹੜੇ ਨੇ ਉਹ ਫਿਰ ਕਈ ਸਾਲਾਂ ਤੱਕ ਤੁਹਾਨੂੰ ਉਹਦੇ ਨਾਲ ਨਜਿੱਠਣਾ ਪੈਣਾ। ਤਾਂ ਪ੍ਰੋਫੈਸਰ ਇਹ ਸਾਹਿਬ ਜਿਹੜੀ ਇੱਕ ਚੀਜ਼ ਹੋਰ ਆਉਂਦੀ ਹੈ, ਜਿਸ ਵਕਤ ਅਸੀਂ ਗੱਲ ਕਰਦੇ ਹਾਂ, ਤੁਸੀਂ ਵੀ 2-3 ਵਾਰ ਜ਼ਿਕਰ ਕੀਤਾ ਭਗਤ ਸਿੰਘ ਤੇ ਸਾਥੀਆਂ ਨੇ, ਭਗਤ ਸਿੰਘ ਸਾਥੀ। ਜੇਕਰ ਅਸੀਂ ਸਾਥੀਆਂ ਦੀ ਗੱਲ ਕਰਦੇ ਹਾਂ ਨਾ, ਤੇ ਅਸੀਂ ਅਕਸਰ ਇਕੱਠੇ ਬੋਲਦੇ ਹਾਂ ਭਗਤ ਸਿੰਘ, ਸੁਖਦੇਵ, ਰਾਜਗੁਰੂ। ਇਹ 3 ਨਾਮ ਜਿਹੜੇ ਨੇ ਇਕੱਠੇ ਆਉਂਦੇ ਨੇ, ਲੇਕਿਨ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜੇ 3 ਨਾਮ ਨੇ ਇਕੱਠੇ ਨੇ, ਜਾਂ ਇਹਨਾਂ ਨੂੰ ਵੱਖ-ਵੱਖ ਕਰਨ ਦੀ, ਅੱਡ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ, ਮੇਰੇ ਮਦਰ ਦਾ ਜਿਹੜਾ ਸਭ ਤੋਂ ਵੱਡਾ ਕ੍ਰਿਟੀਕ ਸੀਗਾ ਕਿ ਵੀ ਜਿੰਦਾ ਮੇਰੇ ਵੀਰ, ਉਹ ਵੀਰ ਮਰ ਕਹਿੰਦੇ ਨੇ, ਮੇਰੇ ਜਿੰਦਾ ਵੀਰ ਜਿਹੜੇ ਨੇ ਉਹ ਤੇ ਇੱਕ ਨਾਰੇ ਮਗਰ ਮਰ ਗਏ, ਜੀ ਉਹਨਾਂ ਦੀ ਚਿਹਰਾ ਇੱਕ ਬਣੀ। ਲੇਕਿਨ ਇਮੀਡੀਏਟਲੀ ਅੰਗਰੇਜ਼ ਨੇ ਜਿਹੜਾ ਇਸ਼ਤਿਹਾਰ ਲਾਇਆ ਉਹਦੇ 'ਚ ਭਗਤ ਸਿੰਘ ਨੂੰ ਸਿੱਖ ਬਣਾਤਾ, ਰਾਜਗੁਰੂ ਨੂੰ ਸਨਾਤਨੀ ਬਣਾਤਾ, ਸੁਖਦੇਵ ਨੂੰ ਆਰੀਆ ਸਮਾਜੀ ਬਣਾਤਾ। ਉਹ ਕਹਿੰਦੇ ਇਹ ਵੰਡੀਆਂ ਪਾਉਣ ਤੋਂ ਹਟਦੇ ਨਹੀਂ। ਸਾਡੇ ਨਾਨੀ ਜੀ ਕਹਿੰਦੇ ਹੁੰਦੇ ਸੀ, ਮੇਰਾ ਮੁੰਡਾ ਇਕੱਲਾ ਖੜਾ ਚੰਗਾ ਨਹੀਂ ਲੱਗਦਾ, ਉਹ ਆਪਣੇ ਬਿਲਕੁਲ ਸਾਥੀਆਂ ਨਾਲ ਖੜਾ ਚੰਗਾ ਲੱਗਦਾ, ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਲੁਧਿਆਣੇ ਦੇ 3 ਬੁੱਤ ਇਕੱਠੇ ਹੋਏ, ਕਿਉਂਕਿ ਨਹੀਂ ਤੇ ਉਹ ਸੀਗਾ ਕਿ ਇੱਥੇ ਖਿਲਾਰ ਕੇ ਲਾਉਣੇ ਨੇ। ਤਾਂ ਉਹ ਜਿਹੜਾ ਤੁਹਾਡਾ ਦੂਜੀ ਹੈ ਕਿ ਇਹ ਗੱਲ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਮਝਾਈ। ਵਿਸਾਖੀ ਆ ਰਹੀ ਹੈ ਨਾ ਜੀ, ਉਹਨਾਂ ਨੇ ਇੱਕ ਬੰਦਾ ਨਹੀਂ ਚੁਣਿਆ, ਉਹਨਾਂ ਕਿਹਾ ਭਾਈ 5 ਜਿਹੜੇ ਆਪਣੇ ਆਪ ਨੂੰ, ਆਪਣੇ ਹਿੱਤਾਂ ਨੂੰ ਸਮਾਜ ਲਈ ਕੁਰਬਾਨ ਕਰ ਸਕਦੇ ਨੇ, ਆਪਣੀ ਮਤਲਬ ਕੁਰਬਾਨੀ ਤੱਕ ਤਿਆਰ ਹੋ ਸਕਦੇ ਨੇ, ਉਹ 5 ਇਕੱਠੇ ਹੋ ਕੇ ਹੀ ਲੀਡਰਸ਼ਿਪ ਕਰ ਸਕਦੇ ਨੇ, ਇੱਕ ਵਿਅਕਤੀ ਦੀ ਨਹੀਂ। ਵਿਅਕਤੀਵਾਦਤਾ ਸਾਡੀ ਅੱਜ ਦੀ ਬਿਮਾਰੀ ਹੈ। ਬਿਲਕੁਲ ਜਿੱਦਾਂ ਤੁਸੀਂ ਮਤਲਬ ਕਿ ਹੁਣ ਹਰ ਬੱਚੇ ਨੂੰ ਆਪਣਾ ਆਈਪੈਡ ਵੱਖਰਾ ਚਾਹੀਦਾ ਜਾਂ ਆਈਫੋਨ ਚਾਹੀਦਾ, ਅਸੀਂ ਪਰਿਵਾਰ 'ਚ ਵੀ ਇਕੱਠੇ ਨਹੀਂ ਹੋ ਰਹੇ। ਇਸੇ ਕਰਕੇ ਇੱਕ ਨਵੀਂ ਦੁਨੀਆ ਜਿਹੜੀ ਬਣ ਰਹੀ ਹੈ, ਔਰ ਉਹਦੇ ਕਰਕੇ। ਔਰ ਦੇਖੋ ਤੁਸੀਂ ਭਗਤ ਸਿੰਘ ਹੁਣੀ ਜਦੋਂ ਆਪਣੇ, ਇੱਕ ਮੇਰੇ ਕੋਲ ਉਹਨਾਂ ਦਾ ਇੱਕ ਕਿਸੇ ਨੇ ਰੁਮਾਲ ਦਿੱਤਾ ਸੀ ਉਹਨਾਂ ਨੂੰ, ਜਦੋਂ ਉਹਨਾਂ ਨੇ ਸਾਈਨ ਕੀਤੇ ਤੇ ਭਗਤ ਸਿੰਘ ਦੱਤ ਕੀਤਾ ਜੀ, ਮਤਲਬ ਆਪਣੇ ਸਾਥੀਆਂ ਨੂੰ ਨਾਲ ਰੱਖਦੇ ਰਹੇ। ਮੈਂ ਇਹ ਵੀ ਕਹਿਣਾ ਕਿ ਸੁਖਦੇਵ ਭਗਤ ਸਿੰਘ ਨੂੰ ਬਣਾਉਣ ਵਿੱਚ ਸੁਖਦੇਵ ਦਾ ਬਹੁਤ ਹਿੱਸਾ ਹੈ, ਕਿਉਂਕਿ ਉਹ ਨੁਕਤਾਚੀਨ ਹੈ।
ਉਹ ਭਗਤ ਸਿੰਘ ਦੇ ਉੱਤੇ ਸਵਾਲ ਕਰ ਸਕਦਾ ਹੈ, ਉਹਦੇ ਬਿਲਕੁਲ ਨਿੱਜੀ ਦੋਸਤ ਦੇ ਤੌਰ ਤੇ, ਕਿਉਂਕਿ ਦੂਜਾ ਬੰਦਾ ਕਰੇ ਤੇ ਅਸੀਂ ਕਹਿੰਦੇ ਇਹ ਕ੍ਰਿਟਿਸਿਜ਼ਮ ਕਰ ਰਿਹਾ, ਹੂੰ ਲੇਕਿਨ ਜਿਹੜਾ ਦੋਸਤ ਹੈ ਉਹ ਕਹਿੰਦਾ ਭਾਈ ਆ ਜਿਹੜਾ ਤੂੰ ਪੜ੍ਹਿਆ ਇਹ ਇਦਾਂ ਕਿਉਂ ਆ, ਤੂੰ ਇਹਨੂੰ ਇਦਾਂ ਕਹਿੰਦਾ, ਮੈਂ ਕਹਿੰਦਾ ਇਹ ਨਹੀਂ, ਇਹਦੇ ਉਲਟ ਹੈ। ਤੇ ਉਹ ਜਿਹੜਾ ਵਿਚਾਰ ਵਟਾਂਦਰਾ ਹੈ, ਉਹਦੇ ਵਿੱਚੋਂ ਤੁਹਾਡਾ ਵਿਚਾਰ ਵਿਕਸਿਤ ਹੁੰਦਾ ਹੈ। ਤੇ ਫਿਰ ਪ੍ਰੋਫੈਸਰ ਅੱਜ ਸਾਹਿਬ ਇੱਥੇ ਇਹ ਚੀਜ਼ ਨਹੀਂ ਆ ਕਿ ਆਪਾਂ ਸਿਰਫ ਜਿਸ ਵਕਤ ਗੱਲ ਕਰ ਰਹੇ ਹਾਂ ਅੱਜ ਦੇ ਟਾਈਮ ਦੇ ਵਿੱਚ ਸ਼ਹੀਦ ਭਗਤ ਸਿੰਘ ਬਾਰੇ, ਲੇਕਿਨ ਜਿਸ ਵਕਤ ਉਹੀ ਆਪਣੇ ਨਾਲ ਦੋ ਨਾਲ ਲੈ ਕੇ ਚੱਲਦੇ ਸੀ, ਉਹਨਾਂ ਨੇ ਹਮੇਸ਼ਾ ਕਿਹਾ ਕਿ ਮੇਰੇ ਸਾਥੀ ਨਹੀਂ, ਇਹ ਮੇਰੇ ਨਾਲ ਦੇ ਹੀ ਨੇ, ਮੈਂ ਹੀ ਆ, ਇਹ ਆਪਾਂ ਤਿੰਨ ਇਕੱਠੇ ਆ, ਆਪਾਂ ਭਾਵੇਂ ਤਿੰਨ ਜਿਸਮ ਵੱਖਰੇ ਆ ਲੇਕਿਨ ਜਾਨ ਇੱਕੋ ਆ ਸਾਡੇ ਵਿੱਚ, ਸਾਡੀ ਸੋਚ ਇੱਕੋ ਆ, ਸਾਡੀ ਵਿਜ਼ਨ ਇੱਕੋ ਆ। ਤੇ ਕਿਤੇ ਅੱਜ ਅਸੀਂ ਭਗਤ ਸਿੰਘ ਨੂੰ ਕੱਲਾ ਚਲਾ ਰਹੇ ਹਾਂ ਤੇ ਅਸੀਂ ਕਿਤੇ ਨਾ ਕਿਤੇ ਡਿਸਰਿਸਪੈਕਟ ਵੀ ਉਹਨਾਂ ਦੀ ਕਰ ਰਹੇ ਹਾਂ, ਜਿਸ ਵਕਤ ਉਹਨਾਂ ਨੇ ਕਹਿ ਦਿੱਤਾ ਕਿ ਮੇਰੇ ਨਾਲ ਮੇਰੇ ਦੋ ਸਾਥੀ ਹਮੇਸ਼ਾ ਚੱਲਣਗੇ। ਨਹੀਂ ਬਿਲਕੁਲ, ਤੁਸੀਂ ਮੈਂ ਇਸੇ ਕਰਕੇ ਖਟਕੜ ਕਲਾਂ ਮੈਂ ਆਪਣਾ ਮਤਲਬ ਇੱਕ ਟਰਸਟ ਬਣਾਈ ਸੀ ਜਦੋਂ ਸ਼ਤਾਬਦੀ ਮਨਾਈ ਜੀ ਮੈਨੂੰ ਲੱਗਾ ਕਿ ਸ਼ਤਾਬਦੀ 'ਚ ਲੱਡੂ ਖਾ ਕੇ ਲੋਕਾਂ ਨੇ ਚੱਲ ਜਾਣਾ, ਭਗਤ ਸਿੰਘ ਦੇ ਵਿਚਾਰਾਂ ਦਾ ਫਿਕਰ ਕੌਣ ਕਰੂਗਾ। ਬਿਲਕੁਲ। ਤੇ ਉਦੋਂ ਥੋੜੀ ਆਪਣੀ ਮਤਲਬ ਸਮਾਜੀ ਜੇ ਮਤਲਬ ਮੈਂ ਕਹਿੰਦਾ ਹੁੰਦਾ ਕਿ ਇੱਕ ਨਿੱਜੀ ਸਭ ਤੁਹਾਡੀ ਜਾਇਦਾਦ ਹੁੰਦੀ ਹੈ, ਇੱਕ ਸਮਾਜੀ ਜਾਇਦਾਦ ਹੁੰਦੀ ਹੈ। ਮਤਲਬ ਮੈਂ ਆਪਣੀ ਨਿੱਜੀ ਜਾਇਦਾਦ ਨੂੰ ਸਮਾਜੀ ਜਾਇਦਾਦ 'ਚ ਬਦਲਿਆ, ਮਤਲਬ ਇੱਕ ਮਤਲਬ ਫਾਊਂਡੇਸ਼ਨ ਬਣਾਈ। ਹੁਣ ਉੱਥੇ ਤਿੰਨੇ ਬੁੱਤ ਲਗਾਏ ਨੇ ਜੀ ਤਿੰਨਾਂ ਦੇ ਇਕੱਠੇ ਬੁੱਤ, ਤਾਂ ਕਿ ਖਟਕੜ ਕਲਾਂ ਵਿੱਚ ਸਰਕਾਰ ਨੂੰ ਕਹਿਣਾ ਉਹ ਤੋਂ ਕਰਵਾਉਣ ਨਾਲੋਂ ਚੰਗਾ ਕਿ ਆਪਾਂ ਕਰਕੇ ਦਿਖਾ ਦਈਏ। ਬਿਲਕੁਲ। ਅੱਛਾ, ਫਿਰ ਉਹਦੇ 'ਚ ਹੈ ਕਿ ਵੀ ਭਗਤ ਸਿੰਘ ਦਾ ਜਿਹੜਾ ਨੌਜਵਾਨਾਂ ਨੂੰ ਸੁਨੇਹਾ ਸੀ ਕਿ ਜੋਸ਼ ਦੇ ਨਾਲ ਹੋਸ਼ ਕਾਇਮ ਰੱਖਣੀ, ਤੇ ਜੇ ਤੁਹਾਡਾ ਹੱਥ ਉੱਠਿਆ ਹੋਇਆ ਤੇ ਦੂਜੇ ਹੱਥ 'ਚ ਕਿਤਾਬ ਹੋਣੀ ਚਾਹੀਦੀ ਹੈ। ਬਿਲਕੁਲ। ਔਰ ਉਸ ਨੂੰ ਉੱਥੇ ਸਿੰਬਲਾਈਜ਼ ਕੀਤਾ ਗਿਆ ਔਰ ਉਹਦੇ 'ਚ ਕਰਾਂਗੇ। ਤਾਂ ਮਤਲਬ ਕਿ ਇਹ ਵੀ ਜਿਹੜਾ ਸਾਡਾ ਬਣ ਗਿਆ ਨਾ ਕਿ ਸਰਕਾਰ, ਅਸੀਂ ਅੰਗਰੇਜ਼ਾਂ ਦੇ ਵੇਲੇ ਸਰਕਾਰ ਸਾਡੀ ਨਹੀਂ ਸੀ ਹੁੰਦੀ ਤੇ ਅਸੀਂ ਸਮਝਦੇ ਸੀ ਸਰਕਾਰ ਤੋਂ ਮੰਗੋ, ਲੇਕਿਨ 1919 ਵਿੱਚ ਹੀ ਲੋਕਾਂ ਨੇ ਕਿਹਾ ਕਿ ਆਪਣੇ ਮਸਲੇ ਆਪਾਂ ਆਪ ਹੱਲ ਕਰਾਂਗੇ, ਉਹਨਾਂ ਨੂੰ ਵਿੱਚ ਕਿਉਂ ਪਾਉਂਦੇ ਆ। ਹੁਣ ਵੀ ਅਸੀਂ ਸਰਕਾਰ ਨੂੰ ਇਦਾਂ ਸਮਝਦੇ ਨੇ ਜਿੱਦਾਂ ਮੇਰਾ ਉਹਦੇ 'ਚ ਕੋਈ ਹਿੱਸਾਦਾਰੀ ਨਹੀਂ ਹੈ, ਮਤਲਬ ਉਹ ਮੈਨੂੰ ਜਵਾਬਦੇਹ ਹੈ। ਅੱਜ ਸਾਨੂੰ ਇਹ ਬਦਲਣ ਦੀ ਲੋੜ ਹੈ ਕਿ ਅਸੀਂ ਮੰਗਣਾ ਨਹੀਂ ਹੈ, ਉਹਨਾਂ ਤੋਂ ਜਵਾਬ ਲੈਣਾ, ਕਿਉਂਕਿ ਜਿਹੜੀ ਉਹਨਾਂ ਨੂੰ ਬਾਬਾ ਸਾਹਿਬ ਅੰਬੇਦਕਰ ਨੇ ਜੇ ਸੰਵਿਧਾਨ 'ਚ ਕੋਈ ਡਿਊਟੀਆਂ ਦੇ ਦਿੱਤੀਆਂ, ਮਤਲਬ ਉਹਨਾਂ ਦੀਆਂ ਨੀਤੀਆਂ ਨੂੰ ਉੱਤੇ ਪਰਖਾਂਗੇ, ਕਿਉਂਕਿ ਉਹ ਹੁਣ ਕਹਿ ਰਹੇ ਨੇ ਕਿ ਬਾਬਾ ਸਾਹਿਬ ਅੰਬੇਦਕਰ ਨੂੰ ਮਤਲਬ ਸਾਡੇ ਸਾਹਮਣੇ ਹੋਣਗੇ। ਤਾਂ ਇਹ ਜਿਹੜਾ ਹੈ ਕਿ ਅੱਜ ਲੋਕਾਂ ਨੂੰ ਮਤਲਬ ਇਸੇ ਕਰਕੇ ਜਿਹੜਾ ਨਾ ਵੀ ਆਪਣਾ ਕਾਜ ਆਪ ਸਵਾਰੀਏ। ਔਰ ਇਹ ਘਰ ਵਾਲਾ ਇੱਕ ਹੋਰ ਮੈਸੇਜ ਬਹੁਤ ਕਮਾਲ ਦਾ, ਜਦੋਂ 1858 'ਚ ਸਾਹਿਬ ਫਤਿਹ ਸਿੰਘ ਉਹਨਾਂ ਨੇ ਘਰ ਬਣਾਇਆ ਤੇ ਉਹਨਾਂ ਨੇ ਕਿਹਾ ਦੀਵਾਨਖਾਨਾ ਬਣਾ ਰਿਹਾ ਮੈਂ। ਪਿੰਡ ਵਾਲੇ ਜੀ ਦੇਖੋ, ਤੁਸੀਂ ਇਕੱਠੇ ਬਹਿ ਕੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਲੇਕਿਨ ਜਿੰਨਾ ਚਿਰ ਤੁਸੀਂ ਇਕੱਠੇ ਬਹਿ ਕੇ ਆਪਣੀਆਂ ਸਮੱਸਿਆਵਾਂ ਨੂੰ ਅੰਗਦੇ ਨਹੀਂ, ਕਿਉਂਕਿ ਅੰਗਣਾ ਬਹੁਤ ਜ਼ਰੂਰੀ ਹੈ, ਜਦੋਂ ਤੁਸੀਂ ਅੰਗ ਲਿਆ ਫਿਰ ਉਹਦਾ ਹੱਲ ਨਿਕਲੇਗਾ। ਬਿਲਕੁਲ। ਫਿਰ ਤੁਸੀਂ ਸਰਕਾਰਾਂ ਵੱਲ ਨਾ ਦੇਖੋ, ਆਪ ਆਪਣਾ ਕੰਮ ਕਰਨਾ ਸ਼ੁਰੂ ਕਰੋ, ਸਰਕਾਰ ਤੋਂ ਉਹਦੀ ਹਿੱਸੇਦਾਰੀ ਮੰਗੋ। ਮਤਲਬ ਸਰਕਾਰ ਤੋਂ ਨਹੀਂ ਵੀ ਉਹ ਆਉਣਗੇ ਤੇ ਸਾਡਾ ਕਰ ਦੇਣਗੇ। ਇਹ ਜਿਹੜੀ ਮਤਲਬ ਜਗੀਰਦਾਰੀ ਸਾਡੇ ਅੰਦਰ ਬਾੜ ਦਿੱਤੀ ਗਈ, ਜਗੀਰਦਾਰ ਇਹ ਕਹਿੰਦਾ ਕਿ ਵੀ ਮੈਂ ਕੰਮ ਨਹੀਂ ਕਰਨਾ, ਦੂਜੇ ਕੰਮ ਕਰਕੇ ਆਣ ਕੇ ਮੈਨੂੰ ਦੇਣਗੇ। ਅਸੀਂ ਉਹ ਮਾਨਸਿਕਤਾ 'ਚੋਂ ਬਰੀ ਹੋਣ ਦੀ ਲੋੜ ਹੈ। ਜਿਹੜਾ ਇਹ ਸਮਾਜਿਕ ਇਨਕਲਾਬ ਆਇਆ ਹੈ, ਇਹਦੇ ਵਿੱਚ ਉਹ ਅਗਲਾ ਕਦਮ ਹੈ। ਅਸੀਂ ਔਰਤਾਂ ਨੂੰ ਅਜੇ ਵੀ ਤੁਸੀਂ ਦੇਖੋ ਕਿ ਔਰਤਾਂ ਸਭ ਤੋਂ ਵੱਡਾ ਔਰ ਇਹ 2014 ਤੋਂ ਚੱਲ ਰਿਹਾ, ਮੈਂ ਬੜੇ ਧਿਆਨ ਨਾਲ ਦੇਖ ਰਿਹਾ ਕਿ ਔਰਤਾਂ ਜਿਹੜੀਆਂ ਨੇ ਉਹ ਪੋਲੀਟੀਕਲ ਡਿਸੀਜਨ ਟੇਕਿੰਗ ਬਣ ਗਈਆਂ। ਮਤਲਬ ਉਹਨਾਂ ਨੂੰ ਚਾਹੇ ਹਾਲਾਤਾਂ ਨੇ ਕਰਤਾ, ਮਤਲਬ ਉਹ ਲੇਕਿਨ ਉਹ ਸਮਝ ਗਈਆਂ ਉਹ ਸਾਰੇ। ਔਰ ਜਿਹੜਾ ਕਿਸਾਨ ਮੋਰਚਾ ਸੀ ਉਹਨੇ ਉਹਨਾਂ ਨੂੰ ਬਹੁਤ ਵੱਡੀ ਤਾਕਤ ਦਿੱਤੀ ਕਿ ਉਹ ਬਰਾਬਰ ਮਤਲਬ ਉਹਦੇ 'ਚ ਸ਼ਰੀਕ ਹੋਣ ਦਾ ਉਹਨਾਂ ਨੂੰ ਮੌਕਾ ਮਿਲਿਆ, ਤੁਸੀਂ ਰੋਕ ਨਹੀਂ ਸਕੇ। ਤਾਂ ਇਸ ਕਰਕੇ ਉਹ ਜਿਹੜਾ ਆਸਪੈਕਟ ਹੈ ਕਿ ਅੱਜ ਵੀ ਅਸੀਂ ਮਤਲਬ ਉਹਨਾਂ ਨੂੰ, ਔਰ ਤੁਹਾਡਾ ਬਿਲਕੁਲ ਮੈਂ ਇਸ ਪੁਆਇੰਟ ਉੱਤੇ ਮੈਂ ਲਿਖਣਾ ਵੀ ਚਾਹਾਂਗਾ ਕਿ ਵੀ ਤੁਸੀਂ ਮਤਲਬ ਉਹਨੂੰ ਸੈਂਟਰ ਬਣਾਓ ਨੌਜਵਾਨਾਂ ਦੀ ਟ੍ਰੇਨਿੰਗ ਦਾ, ਤਾਂ ਕਿ ਨੌਜਵਾਨ ਆਪਣੀਆਂ ਗੱਲਾਂ ਕਿਵੇਂ ਮਤਲਬ ਸਮਾਜ ਦੀਆਂ ਕਰ ਸਕਣ। ਔਰ ਇਹ ਵੀ ਇੱਕ ਬੜਾ ਇਤਿਹਾਸਕ ਗੱਲ ਹੈ ਕਿ 1965 ਵਿੱਚ ਨਾਨੀ ਜੀ ਨੂੰ ਅਸੀਂ ਬੇਬੇ ਜੀ ਕਹਿੰਦੇ ਆ, ਬੇਬੇ ਜੀ ਦੇ ਤੇ ਬਾਬਾ ਸੋਹਣ ਸਿੰਘ ਭਕਨਾ ਜਿਹੜੇ ਸਭ ਤੋਂ ਬਜ਼ੁਰਗ ਗਦਰ ਪਾਰਟੀ ਦੇ ਸੀ, ਇਹਨਾਂ ਦੋਵਾਂ ਦੀ ਦਿਸ਼ਾ ਨਿਰਦੇਸ਼ ਵਿੱਚ ਅਸੀਂ ਉੱਥੇ ਯੂਥ ਸੈਂਟਰ ਖੋਲ੍ਹਿਆ ਸੀ 1965 ਵਿੱਚ। ਜਿੰਨੇ ਲੋਕਾਂ ਨੇ ਬਾਅਦ ਵਿੱਚ ਚੇਤਨਤਾ ਆਈ, ਮਤਲਬ ਇਤਿਹਾਸ ਦੇ ਬਾਰੇ ਵਿੱਚ, ਸਾਡੇ ਜਿਹੜੇ ਗਦਰੀਆਂ ਦੇ ਬਾਰੇ ਜਾਣਦਾ ਹੀ ਕੋਈ ਨਹੀਂ ਸੀ। ਬਿਲਕੁਲ। ਔਰ ਦੁੱਖ ਇਹ ਹੁੰਦਾ ਸੀ ਕਿ ਗਦਰੀ ਜਿੰਨੇ ਸਾਰੀ ਉਮਰ ਲਾਤੀ, ਉਹ ਪਿੰਡ 'ਚ ਹੀ ਕੋਈ ਨਿਆਣਾ ਨਹੀਂ ਜਾਣਦਾ ਉਹਨਾਂ ਨੂੰ। ਤੇ ਸਾਨੂੰ ਉਹ ਦੁੱਖ ਨੇ ਕੀਤਾ ਕਿ ਇਹਦੇ ਬਾਰੇ 'ਚ ਕੀਤਾ ਜਾਵੇ। ਤਾਂ ਹੁਣ ਵੀ ਹੈ ਕਿ ਵੀ ਖਟਕੜ ਕਲਾਂ ਸਿਰਫ ਪੋਲੀਟੀਕਲ ਮਤਲਬ ਸੈਂਟਰ
ਨਾ ਬਣ ਕੇ ਯੂਥ ਸੈਂਟਰ ਬਣਨਾ ਚਾਹੀਦਾ ਹੈ, ਹੂੰ ਜਿੱਥੇ ਨੌਜਵਾਨ ਔਰ ਉਹਦੇ ਲਈ ਬਹੁਤ ਕੁਝ ਹੈ। ਜਿਹੜਾ ਮੈਂ ਇਹ ਕਹਿੰਦਾ ਹੁੰਦਾ ਕਿ ਭਗਤ ਸਿੰਘ ਨੇ ਤੋਂ ਸਿੱਖਣ ਦੇ ਨਹੀਂ, ਉਹਦੇ ਨਾਲ ਡਾਇਲੌਗ ਚ ਪਾਓ। ਉਹ ਉਸ ਵੇਲੇ ਗੱਲ ਕਰ ਰਿਹਾ। ਦੇਖੋ ਭਗਤ ਸਿੰਘ ਦਾ ਅੱਜ ਦੇ ਮੈਂ ਸਮਝਦਾ ਕਿ ਜੇ ਉਹ ਬਹੁਤ ਹੀ ਕਮਾਲ ਦਾ ਉਹਨਾਂ ਦਾ 2 ਫਰਵਰੀ 'ਚ ਹੀ ਲਿਖਿਆ ਉਹਨਾਂ ਨੇ ਕਿ ਤੁਸੀਂ ਲੋਕਾਂ ਦੇ ਜਜ਼ਬਾਤਾਂ ਨਾਲ ਨਾ ਖੇਡੋ, ਬਿਲਕੁਲ ਉਹਨਾਂ ਨੂੰ ਅੱਧੀ ਰੋਟੀ ਨਾ ਦਿਓ, ਉਹਨਾਂ ਨੂੰ ਪੂਰੀ ਰੋਟੀ ਕਮਾਉਣ ਦੇ ਕਾਬਿਲ ਬਣਾਓ। ਮਤਲਬ ਉਹਨਾਂ ਦੇ ਪਿਛਾਖੜੀ ਵਿਚਾਰਾਂ ਦੇ ਉੱਤੇ ਨਾ ਖੇਡੋ। ਮਤਲਬ ਅੱਜ ਮਤਲਬ ਅਸੀਂ ਉਹ ਅਗਰ ਸੁਨੇਹਾ ਲੈ ਲੈਨੇ, ਜਿੱਦਾਂ ਕਿਸੇ ਪੋਲੀਟੀਕਲ ਲੀਡਰ ਨਾਲ ਹੀ ਗੱਲ ਹੋਈ ਇਦਾਂ ਹੀ ਸ਼ਹੀਦ ਭਗਤ ਸਿੰਘ ਉਹਨਾਂ ਦੇ ਉੱਤੇ, ਤੇ ਉਹ ਜਦੋਂ ਭਗਤ ਸਿੰਘ ਤੇ ਕੁਝ ਗੱਲ ਕਰ ਨਹੀਂ ਸੀ ਸਕਦੇ ਕਿਉਂਕਿ ਮੈਂ ਉਹਨਾਂ ਨੂੰ ਰੋਕਤਾ, ਭਾਈ ਤੁਸੀਂ ਠੀਕ ਨਹੀਂ ਕਰ ਰਹੇ, ਤੇ ਉਹਨਾਂ ਲੱਗਾ ਕਿ ਮੇਰੇ ਨਾਲ ਇਹ ਤੇ ਬਹਿਸ ਨਹੀਂ ਹੋ ਸਕਦੀ, ਤੇ ਉਹਨਾਂ ਨੇ ਆਪਣਾ ਪ੍ਰੋਪੇਗੈਂਡਾ ਸ਼ੁਰੂ ਕਰਤਾ ਕਿ ਦੇਖੋ ਅਸੀਂ 9 ਕਰੋੜ ਔਰਤਾਂ ਨੂੰ ਸਿਲੰਡਰ ਦੇ ਦਿੱਤੇ। ਮੈਂ ਕਿਹਾ ਜਨਾਬ ਇਹ ਮੈਨੂੰ ਇੰਪ੍ਰੈਸ ਨਹੀਂ ਕਰ ਰਹੀ ਤੁਹਾਡੀ ਗੱਲ, ਬਿਲਕੁਲ ਕਿਉਂਕਿ 9 ਕਰੋੜ ਔਰਤਾਂ ਨੂੰ ਤੁਸੀਂ ਗੈਸ ਦੇ ਗਾਹਕ ਬਣਾਇਆ। ਮਤਲਬ ਉਹਦੀ ਕੋਈ ਮਦਦ ਨਹੀਂ ਕੀਤੀ ਤੁਸੀਂ ਮਤਲਬ ਗੈਸ ਵਾਲੀ ਕੰਪਨੀ ਦੀ ਮਦਦ ਕੀਤੀ। ਜੇ ਤੁਸੀਂ ਮੈਨੂੰ ਇਹ ਕਹਿੰਦੇ ਕਿ ਮੈਂ ਹਰ ਔਰਤ ਨੂੰ 2000 ਰੁਪਏ ਕਮਾਉਣ ਦੇ ਕਾਬਿਲ ਬਣਾਤਾ ਤੇ ਮੈਂ ਤੁਹਾਨੂੰ ਸਲੂਟ ਕਰਦਾ। ਇਹੀ ਬਿਲਕੁਲ ਫਰਕ ਹੈ ਕਿ ਅਸੀਂ ਲੋਕਾਂ ਨੂੰ ਉਹਨਾਂ ਦੀ ਮਤਲਬ ਥੋੜਾ ਵੀ ਹੋਵੇ, ਸ਼ਾਇਦ ਲੇਕਿਨ ਉਹਨੂੰ ਇਹੀ ਭਗਤ ਸਿੰਘ ਜੀ ਦੀ ਜੇਕਰ ਅਸੀਂ ਗੱਲ ਕਰੀਏ, ਇਹੀ ਉਹਨਾਂ ਦੀ ਸੋਚ ਸੀਗੀ। ਤੁਸੀਂ ਹੁਣੇ 2 ਸ਼ਬਦਾਂ ਦੇ ਵਿੱਚ 2 ਲਾਈਨਾਂ ਦੇ ਵਿੱਚ ਇਹ ਗੱਲ ਜ਼ਰੂਰ ਦੱਸੀ ਕਿ ਮੈਂ ਲੋਕਾਂ ਨੂੰ ਅੱਧੀ ਰੋਟੀ ਲੈਣ ਦੇ ਕਾਬਿਲ ਨਹੀਂ, ਮੈਂ ਉਹਨਾਂ ਨੂੰ ਪੂਰੀ ਰੋਟੀ ਕਮਾਉਣ ਦੇ ਕਾਬਿਲ ਬਣਾਉਣਾ ਚਾਹੁੰਦਾ ਆ। ਇਹੀ ਉਹਨਾਂ ਦੀ ਸੋਚ ਸੀ, ਇੱਥੇ ਹੀ ਚੱਲਣਾ ਚਾਹੀਦਾ ਆ ਸਾਨੂੰ। ਲੇਕਿਨ ਆਪਾਂ ਇਸ ਪਾਥ ਤੋਂ, ਇਸ ਵਿਜ਼ਨ ਤੋਂ ਭਟਕਦੇ ਜਾ ਰਹੇ ਹਾਂ। ਮੁੱਦਾ ਇਹੀ ਹੈ ਕਿ ਅਸੀਂ ਇਸ ਵਿਜ਼ਨ ਤੋਂ ਭਟਕਦੇ ਹੋਏ ਵੀ ਫੇਰ ਵੀ ਆਪਣੇ ਨਾਮ ਦੇ ਨਾਲ ਸ਼ਹੀਦ ਭਗਤ ਸਿੰਘ ਦਾ ਨਾਮ ਲਗਾ ਲੈਂਦੇ ਕਿ ਅਸੀਂ ਉਹਨਾਂ ਦੇ ਵਿਜ਼ਨ ਤੇ ਚੱਲ ਰਹੇ ਹਾਂ। ਦੇਖੋ ਗੱਲ ਇਹ ਹੈ ਕਿ ਵੀ ਜਿਹੜਾ ਭੁੱਲੇਗਾ ਉਹਨੂੰ ਯਾਦ ਕਰਾਉਣਾ ਤੇ ਸਾਡਾ ਫਰਜ਼ ਬਣਦਾ, ਪਬਲਿਕ ਦਾ ਬਿਲਕੁਲ ਫਰਜ਼ ਬਣਦਾ ਹੈ। ਤਾਂ ਆਪਾਂ ਪਬਲਿਕ ਨੂੰ ਡਿਬੇਟ ਕਰ ਰਹੇ, ਤੁਸੀਂ ਕਰ ਰਹੇ ਹੋ, ਪਹੁੰਚੇਗੀ ਔਰ ਇਹ ਗੱਲ ਰੇਜ਼ ਕਰਨੀ ਚਾਹੀਦੀ ਹੈ। ਜੀ ਮੈਂ ਕਹਿੰਦਾ ਕਿ ਉਹ ਝਗੜੇ 'ਚ ਨਾ ਪਾਓ ਕਿ ਪੱਗ ਭਗਤ ਸਿੰਘ ਕਿਹੜੀ ਬੰਨ੍ਹਦਾ ਸੀ। ਮੈਂ ਕਿਹਾ ਭਗਤ ਸਿੰਘ ਦਾ ਜਿਹੜਾ ਪੱਗ ਦੇ ਹੇਠਾਂ ਸੀ ਨਾ ਦਿਮਾਗ, ਉਹਦੇ ਨਾਲ ਹਿੱਸੇਦਾਰੀ ਪਾਓ। ਬਿਲਕੁਲ ਔਰ ਭਗਤ ਸਿੰਘ ਨੇ ਤੇ ਵੀ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਵਾਲ ਰੱਖੇ ਹੋਏ ਕਿ ਨਹੀਂ ਰੱਖੇ ਹੋਏ, ਗੱਲ ਅਮਲਾਂ ਦੀ ਹੋਣੀ ਹੈ। ਮੇਰੇ ਮਦਰ ਨੂੰ ਉਹਨਾਂ ਨੇ ਕਿਹਾ ਕਿ ਮੈਂ ਇਹ ਸਿੱਖਿਆ ਕਿ ਚਾਹੇ ਰੱਖ ਲਾਂਬੇ ਕੇਸ ਚਾਹੇ ਘਰੜ ਮਨਾ, ਨਤਾਰਾ ਅਮਲਾਂ ਦਾ ਹੋਣਾ ਹੈ। ਬਿਲਕੁਲ ਕਿਉਂਕਿ 1922 ਦਾ ਇੱਕ ਬਹੁਤ ਹੀ ਚੰਗਾ ਸ਼ਬਦ ਸੀ, ਜਾਤ ਤੇਰੀ ਕਿਸੇ ਪੁੱਛਣੀ ਨਹੀਂ, ਅਮਲਾਂ ਦੇ ਹੋਣੇ ਨੇ ਨਵੇੜੇ। ਕਿ ਜਿਹੜਾ ਜਾਤ ਪਾਤ ਦੇ ਚ ਫਸੇ ਹੋਏ ਆ, ਤਾਂ ਇਹ ਉਹਦੇ ਭਗਤ ਸਿੰਘ ਦਾ ਉਹ ਵੀ ਉਹਦਾ ਬੜਾ ਡਾਇਰੈਕਸ਼ਨ ਹੈ, ਵਿਜ਼ਨ ਹੈ ਕਿ ਵੀ ਤੁਸੀਂ ਜਿੰਨਾ ਚਿਰ ਤੱਕ ਆਪਣੀਆਂ ਕਮਜ਼ੋਰੀਆਂ ਨੂੰ ਤੋਂ ਮੁਕਤੀ ਨਹੀਂ ਕਰਦੇ, ਉਹਨਾਂ ਚਿਰ ਤੱਕ ਤੁਸੀਂ ਦੁਸ਼ਮਣ ਨਾਲ ਵੀ ਨਹੀਂ ਕਰ ਸਕਦੇ, ਕਿਉਂਕਿ ਤੁਹਾਡੀ 2 ਧਾਰੀ ਲੜਾਈ ਹੈ। ਔਰ ਬੜਾ ਕਲੀਅਰ 2 ਧਾਰੀ ਲੜਾਈ ਹੈ, ਜਿਹਦੇ ਵਿੱਚ ਤੁਸੀਂ ਆਪਣੇ ਮਤਲਬ ਕਮਜ਼ੋਰੀਆਂ ਦੇ ਖਿਲਾਫ, ਔਰ ਉਹ ਕਮਜ਼ੋਰੀਆਂ ਜਿਹੜੀਆਂ ਸਮਾਜਿਕ ਕਮਜ਼ੋਰੀਆਂ ਨੇ, ਜਿਹਦਾ ਸਾਡਾ ਖੁਦਗਰਜ਼ ਬੰਦਾ ਸਾਡਾ ਵੀ ਫਾਇਦਾ ਉਠਾਉਂਦਾ ਔਰ ਦੁਸ਼ਮਣ ਵੀ ਉਠਾਉਂਦਾ ਜੀ ਤਾਂ ਇਹ ਬੜੀ ਵੱਡੀ ਹੈ। ਤਾਂ ਇਸ ਕਰਕੇ ਜਿਹੜਾ ਬਿਲਕੁਲ ਤੁਸੀਂ ਠੀਕ ਕਿਹਾ ਕਿ ਖਟਕੜ ਕਲਾਂ ਸ਼ੁੱਡ ਬਿਕਮ ਅ ਯੂਥ ਸੈਂਟਰ, ਔਰ ਜਿਹੜਾ 2024 ਚ 100 ਸਾਲਾ ਮਤਲਬ ਹੈ ਭਗਤ ਸਿੰਘ ਦੀ ਨੌਜਵਾਨ ਲਹਿਰ ਖੜੀ ਕਰਨ ਦਾ, ਉਹਨੂੰ ਦੁਬਾਰਾ ਰਿਵਾਈਵ ਕਰ ਦਿਆਂਗੇ ਤੇ ਲੋਕ ਆਪੇ ਸਾਂਭ ਲੈਣਗੇ। ਲੋਕਾਂ 'ਚ ਇੰਨੀ ਸ਼ਕਤੀ ਹੈ। ਅਸੀਂ ਦੇਖੋ ਪ੍ਰੌਦ ਹੈ ਸਾਡੀ, ਜਦੋਂ ਤੁਸੀਂ ਇਹ ਅੱਧੀ ਰੋਟੀ ਵੰਡ ਰਹੇ ਹੋ, ਮਤਲਬ ਮੈਨੂੰ ਮਤਲਬ ਕਿ ਇਹ ਕਹਿ ਕੇ ਲੀਡਰ ਮੱਚ ਜਾਣ ਕਿ ਜੀ 80 ਕਰੋੜ ਲੋਕਾਂ ਨੂੰ ਅਸੀਂ 5 ਕਿਲੋ ਅਨਾਜ ਤੇ 1 ਕਿਲੋ ਦਾਲ ਨਾਲ ਟਰਕਾ ਰਹੇ ਹਾਂ, ਤੇ ਮੈਂ ਕਿਹਾ ਸ਼ਰਮ। ਇਹਦਾ ਮਤਲਬ ਹੈ ਕਿ ਸਾਡੇ 130 ਕਰੋੜ ਚੋਂ 80 ਕਰੋੜ ਲੋਕ ਜਿਹੜੇ ਨੇ ਉਹਨਾਂ ਕੋਲ 5 ਕਿਲੋ ਦਾਣੇ ਵੀ ਨਹੀਂ ਹੈਗੇ। ਬਿਲਕੁਲ ਇਹ ਇਸ ਇੱਕ ਬੰਨੇ ਅਸੀਂ ਸੱਚਾਈ ਬੋਲ ਰਹੇ ਹਾਂ, ਦੂਜੇ ਬੰਨੇ ਅਸੀਂ ਮਤਲਬ ਅਹਿਸਾਨ ਕਰ ਰਹੇ ਹਾਂ। ਲੇਕਿਨ 80 ਕਰੋੜ ਲੋਕ ਅਗਰ ਕੰਮ ਕਰਨ ਤੇ ਤੁਹਾਡੀ ਅਰਥ ਵਿਵਸਥਾ ਕਿੱਥੇ ਜਾ ਸਕਦੀ ਹੈ। ਬਿਲਕੁਲ ਪਰ ਕੰਮ ਦਾ ਇੰਤਜ਼ਾਮ ਕਰਾਉਣਾ ਮਤਲਬ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਰਿਸੋਰਸਿਸ ਨੂੰ ਉਸ ਤਰ੍ਹਾਂ ਆਰਗੇਨਾਈਜ਼ ਕਰੋ ਜਿਹਦੇ ਨਾਲ ਲੋਕ ਜਿਹੜੇ ਨੇ ਉਹ ਹੋਵੇ। ਇਹੀ ਗੱਲ ਮਤਲਬ ਭਗਤ ਸਿੰਘ ਨੇ ਆਪਣੇ ਛੋਟੇ ਭਰਾ ਦੇ ਨਾਮ, ਮੈਂ ਕਹਿੰਦਾ ਹੁੰਦਾ ਕਿ ਇਹ ਹੀ ਆਪਾਂ ਬੱਚਿਆਂ ਨੂੰ ਯਾਦ ਕਰਾ ਦਈਏ। ਉਹਨਾਂ ਨੇ 3 ਸ਼ਬਦਾਂ 'ਚ 12 ਸਾਲ ਦੇ ਕੁਲਤਾਰ ਸਿੰਘ ਦੇ ਨਾਂ 3 ਸ਼ਬਦ ਲਿਖੇ ਕਿ ਸਿਹਤ ਦਾ ਖਿਆਲ ਰੱਖਣਾ, ਹੌਸਲੇ ਨਾਲ ਰਹਿਣਾ ਤੇ ਮਿਹਨਤ ਨਾਲ ਪੜ੍ਹਨਾ। ਹੁਣ ਮੈਂ ਕਿਹਾ ਸਿਹਤ ਜਿਹੜੀ ਹੈ ਅੱਜ ਸਭ ਤੋਂ ਵੱਡਾ ਸੰਕਟ ਤੁਹਾਨੂੰ ਜਿਹੜੀ ਕੋਵਿਡ ਹੈ ਇਹਨੇ ਕੀ ਦਿੱਤਾ ਹੈ ਕਿ ਕਿਹੜੇ ਦੇਸ਼ ਕੋਵਿਡ 'ਚ ਫਸੇ ਹੋਏ ਨੇ, ਜਿੱਥੇ ਸਾਰੀ ਬਾਜ਼ਾਰੀ ਖੁਰਾਕ ਖਾਧੀ ਜਾਂਦੀ ਹੈ। ਯੂਰਪ ਸਾਰਾ ਇਸ ਕਰਕੇ ਫਸਿਆ ਹੋਇਆ। ਮੈਂ ਕਿਸਾਨ ਮਤਲਬ ਮੂਵਮੈਂਟ 'ਚ ਸਾਨੂੰ ਕਰੋਨਾ ਨਹੀਂ ਲੱਭਾ ਕਿਉਂਕਿ ਉਹ ਲੰਗਰ ਦੀ ਰੋਟੀ ਖਾ ਰਹੇ ਸੀ। ਲੰਗਰ ਦੀ ਰੋਟੀ ਪੌਸ਼ਟਿਕ ਹੈ, ਤਾਂ ਪੌਸ਼ਟਿਕਤਾ ਦੇ ਨਾਲ ਤੇ ਐਕਸਰਸਾਈਜ਼। ਹੁਣ ਵੀ ਜਿਹੜਾ
ਮੈਂ ਕਹਿੰਦਾ ਕਿ ਵੀ ਤੁਸੀਂ ਨਸ਼ਿਆਂ ਨੂੰ ਖਤਮ ਕਰਨਾ ਚਾਹੁੰਦੇ ਹੋ, ਤੇ ਇੱਕ ਕਮਾਲ ਦੀ ਗੱਲ ਰਵਿੰਦਰਨਾਥ ਟੈਗੋਰ ਨੇ ਮਤਲਬ 1921 ਚ ਲਿਖੀ, ਜਦੋਂ ਉਹਨਾਂ ਨੇ ਸ਼ਾਂਤੀ ਨਿਕੇਤਨ ਬਣਾਇਆ, ਨੋਬਲ ਪ੍ਰਾਈਜ਼ ਮਿਲਿਆ ਉਹਨਾਂ ਨੂੰ। ਉਹਨਾਂ ਨੇ ਕਿਹਾ ਦੋ ਕੰਮ ਕਰਨੇ ਨੇ, ਇੱਕ ਤੇ ਵਿਦਿਆ ਦਾ ਉਹ ਅਦਾਰਾ ਬਣਾਉਣਾ ਹੈ ਜਿਹਦੇ ਚ ਲੋਕ ਸੋਚ ਸਕਣ, ਆਪ ਮਤਲਬ ਪੜ੍ਹ ਕੇ ਵਿਚਾਰ ਸਕਣ। ਇੱਕ ਉਹਨਾਂ ਨੇ ਸ਼੍ਰੀ ਨਿਕੇਤਨ ਪ੍ਰੋਜੈਕਟ ਚਲਾਈ, ਜਿਹਦੇ ਬਾਰੇ ਚ ਬਹੁਤ ਘੱਟ ਗੱਲ ਕੀਤੀ ਜਾਂਦੀ। ਜੀ ਔਰ ਉਹ ਅਮਰੀਕਾ ਗਏ, ਤੇ ਅਮਰੀਕਾ ਦਾ ਇੱਕ ਪ੍ਰੋਫੈਸਰ ਜਿਹੜਾ ਰੂਰਲ ਰੀਕਨਸਟਰਕਸ਼ਨ ਤੇ ਕੰਮ ਕਰ ਰਿਹਾ ਸੀ, ਉਹਨੂੰ ਉਹਨਾਂ ਨੇ ਕਿਹਾ ਕਿ ਮੇਰਾ ਪਿੰਡ ਮਰ ਰਿਹਾ ਹੈ, ਤੂੰ ਉਹਨੂੰ ਬਚਾਉਣ 'ਚ ਮੇਰੀ ਮਦਦ ਕਰ ਸਕਦਾ ਹੈ? ਮੈਂ ਕਿਹਾ ਹੈਟਸ ਆਫ ਟੂ ਐਲਮਹਰਸਟ। ਪ੍ਰੋਫੈਸਰ ਐਲਮਹਰਸਟ ਨੇ ਨਿਊਯਾਰਕ ਯੂਨੀਵਰਸਿਟੀ ਦੀ ਨੌਕਰੀ ਛੱਡੀ ਔਰ ਟੈਗੋਰ ਨਾਲ ਆ ਗਿਆ, ਜੀ ਔਰ ਆਪਣੀ ਦੋਸਤ ਤੋਂ $25,000 ਖਰਚ ਕੀਤੇ ਉਹਨੇ। ਤੇ ਉਹਨੇ ਇਹ ਦੱਸਿਆ ਕਿ ਵੀ ਤੁਹਾਡੀ ਜ਼ਮੀਨ ਦੀ ਤੁਹਾਡੀ ਖੇਤੀ ਦੀ ਪ੍ਰੋਬਲਮ ਕੀ ਹੈ ਬੇਸਿਕ। ਤੇ ਟੈਗੋਰ ਕਹਿੰਦਾ ਕਿ ਮੈਂ ਬੜੇ ਧਿਆਨ ਨਾਲ ਦੇਖਦਾ ਸੀ ਵੀ ਜਿਹੜਾ ਇੰਨਾ ਮਿਹਨਤ ਕਰਦਾ ਮਜ਼ਦੂਰ ਆ, ਰਾਤ ਨੂੰ ਪੀਣ ਕਿਉਂ ਜਾਂਦਾ? ਹੂੰ ਕਹਿੰਦਾ ਮੈਨੂੰ ਲੱਗਾ ਕਿ ਉਹ ਜਿੰਨੀ ਮਿਹਨਤ ਕਰਦਾ ਉਨੀ ਪੌਸ਼ਟਿਕਤਾ ਨਹੀਂ ਮਿਲਦੀ ਉਹਨੂੰ। ਤੋ ਜਿਹੜਾ ਨਸ਼ੇ ਦੀ ਪ੍ਰੋਬਲਮ ਹੈ ਉਹ ਪੌਸ਼ਟਿਕਤਾ ਦਾ ਵੀ ਕਰਨਾ ਹੈ। ਅਸੀਂ ਕਣਕ ਚੋਂ ਆਪਣੀ ਪੌਸ਼ਟਿਕਤਾ ਖਤਮ ਕਰ ਚੁੱਕੇ ਹਾਂ, ਬਿਲਕੁਲ ਮਤਲਬ ਉਹਦੇ 'ਚ ਆਪਾਂ ਨਹੀਂ ਪੈਂਦੇ। ਲੇਕਿਨ ਮੇਰਾ ਇਹ ਹੈ ਕਿ ਵੀ ਤੁਸੀਂ ਇੱਕ ਡਾਈਮੈਂਸ਼ਨ 'ਚ ਨਾ ਲੜੋ, ਉਹਦੀਆਂ ਬਾਕੀ ਡਾਈਮੈਂਸ਼ਨਸ ਵੀ, ਕਿਉਂਕਿ ਕੋਈ ਵੀ ਚੀਜ਼ ਇਦਾਂ ਨਹੀਂ ਹੈ ਕਿ ਤੁਸੀਂ ਇੱਥੋਂ ਚੁੱਕ ਲਓਗੇ ਤਾਂ ਖਤਮ ਹੋ ਜਾਊ। ਬਿਲकुल बिल्कुल ਜਿੱਦਾਂ ਹੁਣ ਕਰਪਸ਼ਨ ਦੇ ਖਿਲਾਫ ਲੜਨਾ ਬਹੁਤ ਚੰਗੀ ਗੱਲ ਹੈ, ਲੇਕਿਨ ਕਰਪਸ਼ਨ ਆਉਂਦੀ ਕਿਉਂ ਹੈ? ਕਿਉਂਕਿ ਤੁਸੀਂ ਲੋਕਾਂ ਨੂੰ ਉਹਨਾਂ ਦੀਆਂ ਡਿਊਟੀਆਂ ਨਹੀਂ ਲਿਖ ਕੇ ਦਿੱਤੀਆਂ ਹੋਈਆਂ ਹੂੰ ਕਿ ਜਿਹੜਾ ਕਲਰਕ ਬੈਠਾ ਹੈ ਉਹ ਕਿੰਨੇ ਟਾਈਮ ਵਿੱਚ ਤੁਹਾਡਾ ਜਿਹੜਾ ਮਸਲਾ ਹੈ ਉਹਨੂੰ ਹੱਲ ਕਰੇਗਾ, ਉਹਦੇ ਕੋਲ ਲਿਖਾ ਕੇ ਲਾ ਲਓ। बिल्कुल ਔਰ ਅਗਰ ਉਹ ਨਹੀਂ ਕਰਦਾ ਤਾਂ ਉਹਨੂੰ ਸਜ਼ਾ ਦੇਣ ਦੀ ਲੋੜ ਨਹੀਂ, ਉਹਨੂੰ ਕੋ ਤੇਰੀ ਕਾਕਾ ACR 'ਚ ਜਾਣਾ। ਜਿਹੜਾ ਨੌਕਰੀ ਵਾਲਾ ਬੰਦਾ ਨਾ, ਉਹ ਆਪਣੀ ACR ਤੋਂ ਬਹੁਤ ਡਰਦਾ ਹੈ, जी ਕਿਉਂਕਿ ਉਹਦੀ ਕਿਆ ਤਰੱਕੀ ਉਹਦੇ ਤੇ ਹੋਣੀ ਹੁੰਦੀ ਹੈ, ਜਿਹੜੀ ਉਹਦੀ ਐਨੂਅਲ ਕੌਨਫੀਡੈਂਸ਼ੀਅਲ ਰਿਪੋਰਟ ਬਣਦੀ। ਉਹਨੂੰ ਕੋ ਜਿੰਨੀਆਂ ਤੇਰੀਆਂ ਸ਼ਿਕਾਇਤਾਂ ਆਉਣਗੀਆਂ ਇਹ ਸਾਰੀਆਂ ਤੇਰੀਆਂ ਐਨੂਅਲ ਕੌਨਫੀਡੈਂਸ਼ੀਅਲ ਰਿਪੋਰਟ ਬਣਗੀਆਂ, ਇਹਦਾ ਮਤਲਬ बिल्कुल ਤੂੰ ਇੱਥੋਂ ਨਹੀਂ ਉੱਠ ਸਕਦਾ। ਤੋ ਇਹਦੇ ਮਤਲਬ ਕਿ ਤੁਸੀਂ ਹੁਣ ਕੱਲਾ ਇਹ ਕਹਿ ਕੇ ਵੀ ਜੇ ਕੋਈ ਮੰਗਦਾ ਤਾਂ ਦੱਸੋ, ਉਹ ਮੰਗ ਕਿਉਂ ਰਿਹਾ ਹੈ? ਕਿਉਂਕਿ ਉਹ ਆਪਣੀ ਡਿਊਟੀ ਐਫੀਸ਼ੀਐਂਟਲੀ ਨਹੀਂ ਕਰ ਰਿਹਾ। बिल्कुल ਦੂਜਾ ਬੰਦਾ ਜਿਹੜਾ ਹੈ ਉਹ ਵਿਚਾਰਾ ਵੀ ਮੈਂ ਕੀੜੇ ਮਾਰਨ ਨਾਲੋਂ ਮਤਲਬ ਹਿੱਸੇਦਾਰੀ ਆਪ ਕਰਦਾ ਵਿੱਚ ਉਹਦੇ। ਤੇ ਮੇਰਾ ਇਹ ਹੈ ਕਿ ਵੀ ਇਹ ਦੋ ਡਾਈਮੈਂਸ਼ਨਸ ਨੇ। ਇਸੇ ਤਰ੍ਹਾਂ ਹੀ ਨਸ਼ਿਆਂ ਦਾ ਜਿਹੜਾ ਮਸਲਾ ਹੈ ਉਹ ਵੀ ਦੋ ਡਾਈਮੈਂਸ਼ਨਸ ਨੇ ਕਿ ਤੁਸੀਂ ਉਹਨਾਂ ਨੂੰ ਕ੍ਰੀਏਟਿਵ ਬਣਾਓ। ਕਬੱਡੀ ਕ੍ਰੀਏਟਿਵ ਨਹੀਂ ਹੈ, ਉਹ ਅਖੀਰ ਤੇ ਨਸ਼ਾ ਕੇਂਦਰ ਬਣ ਗਈ। जी ਆਪਾਂ ਰੋਜ਼ ਦੇਖਦੇ ਹਾਂ ਕਿ ਉਹ ਕਬੱਡੀ ਵਾਲੇ ਪਲੇਅਰ ਆਪਣੇ ਆਪ ਨੂੰ ਇੱਕ ਦੂਜੇ ਨੂੰ ਮਾਰਦੇ ਫਿਰਦੇ ਨੇ, ਕਰਦੇ ਨੇ। ਜਿਹੜੇ ਪਿੰਡ 'ਚ ਜਿਮ ਖੋਲਤੇ, ਜਿਮ ਕੋਈ ਮਤਲਬ ਐਕਸਰਸਾਈਜ਼ ਦਾ ਨਹੀਂ ਹੈ, ਉਹ ਤੇ ਮਸਲ ਬਣਾਉਣ ਦਾ ਹੈ, ਉਹਦੇ ਨਾਲ ਫਿਰ ਦਵਾਈਆਂ ਚੱਲਦੀਆਂ ਨੇ। ਲੇਕਿਨ ਜੇ ਤੁਸੀਂ ਇਹਦਾ ਇੱਕ ਹੀ, ਮੈਂ ਦੁਬਾਰਾ ਕਹਿਣਾ ਕਿ ਆਈਸਲੈਂਡ ਤੋਂ ਸਿੱਖੋ, ਜਿਨ੍ਹਾਂ ਨੇ ਐਮਰਜੈਂਸੀ ਡਿਕਲੇਅਰ ਕਰਤੀ ਕਿ ਸਾਡੇ 50% ਨੌਜਵਾਨ ਜਿਹੜੇ ਨੇ ਉਹਨੂੰ ਸ਼ਰਾਬ ਨੂੰ ਵੀ ਨਸ਼ਾ ਮੰਨਦੇ। ਸਾਡੇ ਅਸਲ 'ਚ ਅਸੀਂ ਸ਼ਰਾਬ ਨੂੰ ਬਾਹਰ ਰੱਖਿਆ ਹੋਇਆ, ਸ਼ਰਾਬ ਵੀ ਨਸ਼ਾ ਹੈ। ਵੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਵੀ ਕੋਈ ਵੀ ਨਸ਼ਾ ਜਿਹੜਾ ਹੈ ਉਹਦੇ ਤੋਂ ਬਚੋਗੇ ਤਾਂ ਤੁਸੀਂ ਬਲਵਾਨ ਬਣ ਕੇ ਰਹਿ ਸਕਦੇ ਹੋ। बिल्कुल ਤਾਂ ਸਾਡੇ ਕੋਲ ਮਤਲਬ ਪੂਰਾ, ਔਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਿਹਾ ਕਿ ਵੀ ਇਹਦੇ ਤੇ ਆਪਾਂ ਕੋਈ ਪੋਲਿਟਿਕਸ ਨਹੀਂ ਕਰਨੀ, ਮਤਲਬ ਨੌਜਵਾਨਾਂ ਨੂੰ ਬਚਾਉਣਾ ਤਾਂ ਫਿਊਚਰ ਬਚੇਗਾ ਤੁਹਾਡਾ। ਬਿਲਕੁਲ ਬਿਲਕੁਲ ਔਰ ਪ੍ਰੋਫੈਸਰ ਸਾਹਿਬ ਉਹ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਜੇਕਰ ਆਪਾਂ ਆਪਣੀ ਨੌਜਵਾਨੀ ਨੂੰ ਬਚਾਉਣਾ ਆ ਜਾਂ ਜੇਕਰ ਅਸੀਂ ਇੱਕ ਸਹੀ ਚੀਜ਼ ਤੇ ਜਾਣਾ ਹੈ, ਆਪਾਂ ਟੂ ਡਾਈਮੈਂਸ਼ਨ ਜ਼ੋਨ ਦੀ ਤੁਸੀਂ ਬਹੁਤ ਸਹੀ ਗੱਲ ਕੀਤੀ ਕਿ ਆਪਣਾ ਜ਼ੋਨ ਜਿਹੜਾ ਹੈ ਟੂ ਡਾਈਮੈਂਸ਼ਨਲ ਹੈਗਾ ਆ, ਸਾਨੂੰ ਉਸ ਜ਼ੋਨ ਦੇ ਵਿੱਚ ਚੱਲਣਾ ਚਾਹੀਦਾ ਹੈ। ਲੇਕਿਨ ਇੱਕ ਬਹੁਤ ਸੋਹਣਾ ਮੈਸੇਜ ਜਿਹੜਾ ਤੁਸੀਂ ਦੇ ਕੇ ਚੱਲਿਓ ਲੋਕਾਂ ਨੂੰ, ਇਹ ਵੀ ਮੈਨੂੰ ਸੋਹਣਾ ਲੱਗਾ ਕਿ ਤੁਸੀਂ ਕਿਹਾ ਕਿ ਆਪਾਂ ਨੂੰ ਸਰਕਾਰਾਂ ਉੱਤੇ ਨਹੀਂ ਬਹਿਣਾ ਚਾਹੀਦਾ। ਜੇਕਰ ਸਰਕਾਰਾਂ ਕੋਈ ਕੰਮ ਵੀ ਕਰਦੀਆਂ ਨੇ, ਸਾਡੇ ਕੋਲ ਆਪਣੀ ਸੋਚ ਹੈਗੀ ਹੈ। ਸਾਡੇ ਕੋਲ ਭਗਤ ਸਿੰਘ, ਸੁਖਦੇਵ, ਰਾਜਗੁਰੂ ਇਹ ਤਿੰਨ ਇਕੱਠੇ ਨੇ। ਭਾਵੇਂ ਸਰਕਾਰਾਂ ਕਹਿੰਦੀਆਂ ਨੇ, ਜੋ ਮਰਜ਼ੀ ਕਹਿੰਦੀਆਂ ਰਹਿਣ, ਉਹਨਾਂ ਨੇ ਜੇਕਰ ਬੁੱਤ ਆਪਣੇ ਵੱਖਰੇ ਬਣਾਉਣੇ ਨੇ, ਜੋ ਮਰਜ਼ੀ ਇਕੱਲੇ ਬਣਾਉਂਦੇ ਰਹਿਣ, ਲੇਕਿਨ ਆਪਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਇਹ ਅਪੀਲ ਕਰਦੇ ਹਾਂ ਕਿ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਜੇ ਤਸਵੀਰ ਲਾਣੀ ਹੈ, ਜੇ ਬੁੱਤ ਲਾਣਾ ਆ, ਤੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਇਹ ਤਿੰਨ ਇਕੱਠੇ ਲਾਏ ਜਾਣ, ਕਿਉਂਕਿ ਇਹ ਭਗਤ ਸਿੰਘ ਦੀ ਸੋਚ ਹੈ। ਭਗਤ ਸਿੰਘ ਦੀ ਸੋਚ ਤੇ ਚੱਲਣਾ ਜੇਕਰ ਹੈਗਾ ਆ, ਪਹਿਲਾਂ ਉਹਨਾਂ ਦੇ ਬਾਰੇ ਪੜ੍ਹਨਾ, ਉਹਨਾਂ ਦੇ ਬਾਰੇ ਜਾਣਨਾ, ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ, ਆਪਣਾ ਸਮਾਂ ਦੇਣ ਲਈ। ਬਹੁਤ ਧੰਨਵਾਦ, ਥੈਂਕ ਯੂ। ਤੇ ਆਪਾਂ ਆਪਣੇ ਦਰਸ਼ਕਾਂ ਨੂੰ ਇਹੀ ਕਵਾਂਗੇ ਕਿ ਜੋ ਚੀਜ਼ਾਂ ਹੁੰਦੀਆਂ ਨੇ, ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ, ਜੇਕਰ ਭਗਤ ਸਿੰਘ, ਸ਼ਹੀਦ ਭਗਤ ਸਿੰਘ ਬਾਰੇ ਜਾਣਨਾ ਆ ਤੇ ਖਟਕੜ ਕਲਾਂ ਜਾ ਕੇ ਉਹਨਾਂ ਦੇ ਬਾਰੇ ਪੜ੍ਹਿਆ ਜਾਵੇ, ਉਹਨਾਂ ਦੇ ਬਾਰੇ ਸੁਣਿਆ ਜਾਵੇ, ਉਹਨਾਂ ਦੇ ਜੱਦੀ ਘਰ ਦੇ ਵਿੱਚ ਬੈਠਿਆ ਜਾਵੇ। ਜੇਕਰ
ਉਹਨਾਂ ਦੇ ਵਿਜ਼ਨ ਤੇ ਚੱਲਣਾ ਆ, ਕਿਉਂਕਿ ਭਗਤ ਸਿੰਘ ਕੋਈ ਡਰੀਮਰ ਨਹੀਂ ਸੀ, ਉਹ ਇੱਕ ਵਿਜ਼ਨਰੀ ਸੀਗੇ ਜਿਨ੍ਹਾਂ ਨੇ ਇੱਕ ਵਿਜ਼ਨ ਤੇ ਚੱਲਣ ਦੀ ਗੱਲ ਕੀਤੀ ਤੇ ਆਪ ਵੀ ਉਸੇ ਵਿਜ਼ਨ ਤੇ ਚੱਲੇ ਤੇ ਪੰਜਾਬ ਨੂੰ ਸੋਹਣਾ ਪੰਜਾਬ, ਲੋਕਾਂ ਦੇ ਵਿੱਚ ਇੱਕ ਚੰਗੀ ਸੋਚ ਦੇਣ ਦਾ ਪੰਜਾਬ, ਚੰਗੀ ਸੋਚ ਦੇ ਲੋਕ ਬਣਾਉਣ ਦਾ ਜਿਹੜੀ ਕੋਸ਼ਿਸ਼ ਹੈ ਉਹ ਕੀਤੀ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀ ਰਿਪੋਰਟਸ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ।